देखो सर, मुद्दा ਉਹੀ ਹੈ कि पिछले 11 ਸਾਲਾਂ ਤੋਂ ਕੋਰਟਸ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੋ ਰਹੀ। ਨਾ ਹੀ ਸੁਪਰੀਮ ਕੋਰਟ ਦੇ ਵਿੱਚ ਹੋ ਰਹੀ ਹੈ, ਨਾ ਹੀ ਹਾਈ ਕੋਰਟ ਦੇ ਵਿੱਚ ਹੋ ਰਹੀ ਹੈ। 11 ਸਾਲ ਪਹਿਲਾਂ ਇੱਕ ਪਟੀਸ਼ਨ ਫਾਈਲ ਹੋਈ ਸੀ ਕਿ ਜੋ ਜੁਡੀਸ਼ਰੀ ਦੇ ਐਗਜ਼ਾਮ ਦੇ ਵਿੱਚ ਮੇਨਸ ਦੇ ਕੁਆਲੀਫਾਈਂਗ ਮਾਰਕਸ 50% ਰੱਖੇ ਹੋਏ ਨੇ ਉਹਨਾਂ ਨੂੰ 45% ਕੀਤਾ ਜਾਵੇ ਔਰ ਇੰਟਰਵਿਊਜ਼ ਦੇ ਵਿੱਚ CCTV ਕੈਮਰਾਜ਼ ਲਗਾਏ ਜਾਣ। ਇਹ ਪਟੀਸ਼ਨ 11 ਸਾਲ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਫਾਈਲ ਹੋਈ ਸੀ ਮੁਕੇਸ਼ ਦੇ ਨਾਮ ਤੋਂ। ਤਾਂ 11 ਸਾਲ ਤੋਂ ਇਹ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈ ਹੈ ਜੀ। ਔਰ ਅਗਰ ਹੁਣ ਮੈਂ ਤੁਹਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੀ ਗੱਲ ਦੱਸਾਂ, 2018-19 ਦੇ ਵਿੱਚ ਇਹਨਾਂ ਦਾ ਪੇਪਰ WhatsApp ਤੇ ਲੀਕ ਹੋਇਆ। ਉਦੋਂ ਮੇਰੇ ਖਿਆਲ ਕੁਛ ਇਹਨਾਂ ਦਾ ਪੰਜਾਬ ਹਰਿਆਣਾ ਹਾਈ ਕੋਰਟ ਦਾ OSD ਹੁੰਦਾ ਜੋ ਰਿਕਰੂਟਮੈਂਟਸ ਦਾ, ਸ਼ਾਇਦ ਉਹਨਾਂ ਦਾ ਅਰੈਸਟ ਵਗੈਰਾ ਵੀ ਹੋਇਆ। ਉਸ ਤੋਂ ਬਾਅਦ 111 ਵੈਕੈਂਸੀਜ਼ ਹਰਿਆਣਾ ਸਟੇਟ ਦੇ ਵਿੱਚ ਨਿਕਲੀਆਂ ਤਾਂ ਇਹਨਾਂ ਨੇ 11 ਬੰਦੇ ਸਿਲੈਕਟ ਕੀਤੇ। 11 ਬੰਦੇ ਜਦੋਂ ਸਿਲੈਕਟ ਕੀਤੇ ਤਾਂ ਉਸ ਤੋਂ ਬਾਅਦ ਇੱਕ ਜਸਟਿਸ ਸੀਕਰੀ ਕਮੇਟੀ ਬੈਠੀ ਤਾਂ ਮੇਰੇ ਖਿਆਲ 30 ਜਾਂ 35 ਬੰਦੇ ਇਹਨਾਂ ਨੇ ਹੋਰ ਸਿਲੈਕਟ ਕੀਤੇ। ਕਹਿਣ ਦਾ ਭਾਵ 111 ਪੋਸਟਾਂ ਕੱਢ ਕੇ ਇਹਨਾਂ ਨੇ ਸਿਰਫ 40 ਜਾਂ 45 ਬੰਦੇ ਸਿਲੈਕਟ ਕੀਤੇ। ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ 150 ਵੈਕੈਂਸੀਜ਼ ਆਈਆਂ ਤਾਂ 150 ਵੈਕੈਂਸੀਜ਼ ਉਹਨਾਂ ਨੇ ਕੱਢ ਕੇ 75 ਬੰਦੇ ਸਿਲੈਕਟ ਕੀਤੇ। ਔਰ ਜਿਹੜੀ ਲੜਕੀ ਇੰਟਰਵਿਊ ਦੀ ਟੌਪਰ ਸੀ ਉਹਦੇ 54 ਨੰਬਰ ਸੀਗੇ ਔਰ ਉਹਨੂੰ ਜੱਜਿਸ ਨੇ ਕਹਿ ਲਓ ਜਾਂ ਬੈਂਚ ਨੇ ਕਹਿ ਲਓ, ਜੋ ਵੀ ਮਤਲਬ ਇੰਟਰਵਿਊ ਪੈਨਲ ਦੇ ਮੈਂਬਰ ਹੁੰਦੇ ਨੇ, ਉਹਨਾਂ ਨੇ ਇਹ ਕਹਿ ਕੇ ਭੇਜਿਆ ਸੀਗਾ ਕਿ ਤੈਨੂੰ ਸਾਡੇ ਤੋਂ ਵੀ ਜ਼ਿਆਦਾ ਲਾਅ ਆਉਂਦਾ। ਤਾਂ ਅਸੀਂ ਇਹ ਕੁਐਸਚਨ ਕਰਦੇ ਹਾਂ ਕਿ ਅਗਰ ਤੁਸੀਂ ਇੰਨੇ ਮਤਲਬ ਬ੍ਰਿਲੀਅੰਟ ਉਹ ਦਿੱਤੇ ਨੇ ਤਾਂ ਤੁਸੀਂ 90 ਜਾਂ 95 ਮਾਰਕਸ ਕਿਉਂ ਨਹੀਂ ਦਿੱਤੇ ਫਿਰ ਆਊਟ ਆਫ 100? ਤੁਸੀਂ 54 ਨੰਬਰ ਕਿਉਂ ਦਿੱਤੇ ਨੇ? ਔਰ ਹੁਣ ਅਗਰ ਮੈਂ ਰੀਸੈਂਟ ਹਰਿਆਣਾ ਦੀ ਗੱਲ ਕਰਾਂ, 3 ਸਾਲ ਪਹਿਲਾਂ ਇਹਨਾਂ ਨੇ 256 ਵੈਕੈਂਸੀਜ਼ ਕੱਢੀਆਂ ਸੀ। 256 ਵੈਕੈਂਸੀਜ਼ ਕੱਢ ਕੇ ਉਹਦੇ 'ਚ ਇਹਨਾਂ ਨੇ 118 ਬੰਦੇ ਰੱਖ ਕੇ ਰਿਕਰੂਟਮੈਂਟ ਕਲੋਜ਼ ਕਰਤੀ। ਔਰ ਐਲੀਗੇਸ਼ਨਸ ਇਹ ਨੇ ਕਿ 118 ਦੇ ਵਿੱਚੋਂ ਵੀ ਕੋਈ 70 80 90 ਬੰਦਿਆਂ ਤੱਕ ਇਹਨਾਂ ਨੇ ਆਪਣੇ ਬੱਚੇ ਰੱਖੇ ਨੇ। ਉਹ ਆਪਣੇ ਬੱਚੇ ਚਾਹੇ ਇਹਨਾਂ ਦੇ ਕੋਈ ਰਿਸ਼ਤੇਦਾਰ ਹੋ ਸਕਦੇ ਨੇ ਜਾਂ ਕੋਈ ਇਹਨਾਂ ਨੇ ਪੈਸੇ ਲਏ ਨੇ, ਜੋ ਮਤਲਬ ਰੇਟ ਸੁਣਿਆ 2 ਤੋਂ 4 ਕਰੋੜ ਰੁਪਏ ਦਾ ਰੇਟ ਚੱਲਦਾ ਹੈ। ਔਰ ਇਸੇ ਤਰ੍ਹਾਂ ਹੁਣ ਅਗਰ ਮੈਂ ਪੰਜਾਬ ਦਾ ਪੇਪਰ, ਇਹਨਾਂ ਨੇ 159 ਪੋਸਟਾਂ ਕੱਢੀਆਂ ਸੀ ਜਿਹਦੇ ਵਿੱਚ ਕੋਈ 10 ਤੋਂ 15,000 ਰੁਪਏ 10 ਤੋਂ 15,000 ਬੱਚੇ ਦਾ ਪੇਪਰ ਨਹੀਂ ਸੀ ਫਿਲ ਹੋਇਆ ਔਰ ਕੋਈ 5-7 ਬੱਚੇ ਦਾ ਫੀਸ ਨਹੀਂ ਸੀ ਫਿਲ ਹੋਈ ਕਿਉਂਕਿ ਇਹਨਾਂ ਦੀ PPSC ਦੀ ਵੈਬਸਾਈਟ ਦੇ ਵਿੱਚ ਟੈਕਨੀਕਲ ਗਲਿਚ ਆ ਗਿਆ ਸੀ। ਔਰ ਪਹਿਲਾਂ ਤਾਂ ਤੁਸੀਂ ਦੇਖੋ, ਅਸੀਂ ਇੱਕ ਪਟੀਸ਼ਨ ਇੱਥੇ ਫਾਈਲ ਕੀਤੀ ਕਿ ਪੇਪਰ ਨੂੰ ਰੀ-ਨੋਟੀਫਾਈ ਕੀਤਾ ਜਾਵੇ ਜਾਂ ਪੋਸਟਪੋਨ ਕੀਤਾ ਜਾਵੇ ਕਿ ਬੱਚਿਆਂ ਦਾ ਪੇਪਰ ਨਹੀਂ ਫਿਲ ਹੋਇਆ। ਔਰ ਪਹਿਲਾਂ ਤਾਂ ਕੋਈ ਪਟੀਸ਼ਨਰ ਹੀ ਬਣਨ ਲਈ ਤਿਆਰ ਨਹੀਂ। ਹੁਣ ਤੁਸੀਂ ਲਗਾਓ ਕਿ ਪੇਪਰ 10,000 ਬੱਚੇ ਦਾ ਨਹੀਂ ਫਿਲ ਹੋਇਆ, ਪਟੀਸ਼ਨਰ ਸਿਰਫ ਸਾਨੂੰ 3 ਮਿਲੇ। ਰੀਜ਼ਨ ਬੀਇੰਗ ਮੈਂ ਤੁਹਾਨੂੰ ਦੱਸਦਾ, ਜਿਵੇਂ ਹਿਮਾਚਲ ਦੇ ਵਿੱਚ ਇੱਕ ਲੜਕਾ ਮੈਜਿਸਟ੍ਰੇਟ ਸੀ, ਉਹਨੂੰ ਮੈਂ ਫੋਨ ਕੀਤਾ, ਮੈਂ ਕਿਹਾ ਤੂੰ ਪਟੀਸ਼ਨਰ ਬਣ। ਉਹ ਕਹਿੰਦਾ ਜੀ ਮੈਨੂੰ ਤਾਂ ਇਹ ਜੱਜਿਸ ਕਹਿੰਦਾ ਨੌਕਰੀ ਤੋਂ ਸਸਪੈਂਡ ਕਰ ਦੇਣਗੇ। ਇੱਕ ਲੜਕੀ ਪਟਿਆਲੇ ਤੋਂ ਫੂਡ ਇੰਸਪੈਕਟਰ, ਉਹਨੂੰ ਮੈਂ ਕਿਹਾ ਤੂੰ ਪਟੀਸ਼ਨਰ ਬਣ ਅਗਰ ਤੇਰਾ ਪੇਪਰ ਨਹੀਂ ਫਿਲ ਹੋਇਆ। ਉਹਦੇ ਹਸਬੈਂਡ ਦਾ ਮੈਨੂੰ ਕਾਲ ਆਇਆ, ਉਹਦਾ ਹਸਬੈਂਡ ਉੱਥੇ ਐਡਵੋਕੇਟ ਹੈ ਪਟਿਆਲਾ ਡਿਸਟ੍ਰਿਕਟ ਕੋਰਟ ਦੇ ਵਿੱਚ। ਕਹਿੰਦਾ ਜੀ ਅਸੀਂ ਪਟੀਸ਼ਨਰ ਨਹੀਂ ਬਣਨਾ, ਕਹਿੰਦਾ ਵੀ ਜੱਜ ਤਾਂ ਛੱਡੋ, ਕਹਿੰਦਾ ਵੀ ਮੇਰੀ ਵਾਈਫ ਨੂੰ ਇਹ ਫੂਡ ਇੰਸਪੈਕਟਰ ਦੀ ਨੌਕਰੀ ਤੋਂ ਵੀ ਸਸਪੈਂਡ ਕਰ ਦੇਣਗੇ। ਔਰ ਚਲੋ ਅਸੀਂ 3 ਪਟੀਸ਼ਨਰ ਬਣਾ ਕੇ ਅਸੀਂ ਇੱਕ ਪਟੀਸ਼ਨ ਫਾਈਲ ਕੀਤੀ ਇੱਥੇ। 1.5 ਲੱਖ ਰੁਪਏ ਅਸੀਂ ਵਕੀਲ ਨੂੰ ਦਿੱਤਾ। ਪਹਿਲਾਂ ਤਾਂ 1 ਮਹੀਨਾ ਇੱਕ ਐਡਵੋਕੇਟ ਨੇ ਪਟੀਸ਼ਨ ਆਪਣੇ ਕੋਲ ਰੱਖੀ, ਉਹਨੇ 1 ਮਹੀਨਾ ਤਾਂ ਸਾਡੀ ਪਟੀਸ਼ਨ ਫਾਈਲ ਹੀ ਨਹੀਂ ਕੀਤੀ। 1 ਮਹੀਨੇ ਬਾਅਦ ਉਹਨੇ ਆਪਣਾ ਫੋਨ ਸਵਿਚ ਆਫ ਕਰ ਲਿਆ ਔਰ ਉਸ ਤੋਂ 5 ਦਿਨ ਬਾਅਦ ਕਹਿੰਦਾ ਜੀ ਪੇਪਰ ਤਾਂ ਇਹਨਾਂ ਨੇ 22 ਜਨਵਰੀ ਨੂੰ ਹੀ ਲੈਣਾ, ਪੇਪਰ ਪੋਸਟਪੋਨ ਨਹੀਂ ਹੋਣਾ, ਤਾਂ ਸੌਰੀ ਮੈਂ ਪਟੀਸ਼ਨ ਫਾਈਲ ਨਹੀਂ ਕਰ ਸਕਦਾ, ਮੈਂ ਇਹਨਾਂ ਨਾਲ ਟੱਕਰ ਨਹੀਂ ਲੈ ਸਕਦਾ। ਤਾਂ ਮੈਂ ਤਾਂ ਦੇਖੋ ਇੱਥੇ ਇਹ ਵੀ ਗੱਲ ਕਹੂੰਗਾ ਕਿ ਜੋ ਐਡਵੋਕੇਟ ਇਹ ਗੱਲ ਕਹਿ ਰਿਹਾ ਹੈ ਕਿ ਮੈਂ ਇਹਨਾਂ ਨਾਲ ਟੱਕਰ ਨਹੀਂ ਲੈ ਸਕਦਾ, ਮੈਂ ਤਾਂ ਕਹਿਣਾ ਵੀ ਉਹ ਐਡਵੋਕੇਟ ਦੀ ਡੈਫੀਨੇਸ਼ਨ 'ਚ ਹੀ ਨਹੀਂ ਆਉਂਦਾ। ਐਡਵੋਕੇਟ ਦਾ ਤਾਂ ਕੰਮ ਹੀ ਜੱਜਾਂ ਨਾਲ ਟੱਕਰ ਲੈਣ ਦਾ ਹੁੰਦਾ। ਔਰ ਉਸ ਤੋਂ ਬਾਅਦ ਅਸੀਂ ਇੱਥੇ 10-15 ਜੋ ਸੀਨੀਅਰ ਕਹਿੰਦੇ ਕਹਾਉਂਦੇ ਐਡਵੋਕੇਟਸ ਨੇ, ਉਹਨਾਂ ਕੋਲੇ ਵੀ ਗਏ ਕਿ ਜੀ ਸਾਡੀ ਪਟੀਸ਼ਨ ਫਾਈਲ ਕਰੋ, ਬੱਚਿਆਂ ਦੇ ਪੇਪਰ ਨਹੀਂ ਫਿਲ ਹੋਏ। ਉਹਨਾਂ ਦਾ ਵੀ ਇਹੀ ਸੇਮ ਰਿਸਪੌਂਸ ਸੀ ਕਿ ਇਹਨਾਂ ਨਾਲ ਕੌਣ ਟੱਕਰ ਲਵੇ, ਇਹਨਾਂ ਨਾਲ ਕੌਣ ਪੰਗਾ ਲਵੇ। ਚਲੋ ਅਸੀਂ ਇੱਕ ਯੰਗ ਮੁੰਡੇ ਤੋਂ 1.5 ਲੱਖ ਰੁਪਇਆ ਦੇ ਕੇ ਪਟੀਸ਼ਨ ਫਾਈਲ ਕਰਵਾਈ, ਜੋ ਕਿ ਸਾਨੂੰ ਕੋਸਟ ਦਾ ਥ੍ਰੈਟ ਦੇ ਕੇ ਜ਼ਬਰਦਸਤੀ ਸਾਨੂੰ ਪਟੀਸ਼ਨ ਵਿਡਰਾ ਕਰਨ ਲਈ ਫੋਰਸ ਕੀਤਾ ਗਿਆ। ਔਰ ਅਸੀਂ ਪੰਜਾਬ CM ਕੋਲ ਵੀ ਰਿਕੁਐਸਟ ਭੇਜੀ, ਪੰਜਾਬ ਫਾਈਨਾਂਸ ਮਿਨਿਸਟਰ ਕੋਲ ਵੀ ਭੇਜੀ, ਪੰਜਾਬ ਐਜੂਕੇਸ਼ਨ ਮਿਨਿਸਟਰ ਕੋਲ ਵੀ ਭੇਜੀ, ਬਾਰ ਐਸੋਸੀਏਸ਼ਨਸ ਨੂੰ ਵੀ ਅਸੀਂ ਲੈਟਰਸ ਲਿਖੀਆਂ, ਪੰਜਾਬ ਹਰਿਆਣਾ ਚੀਫ ਜਸਟਿਸ ਨੂੰ ਵੀ ਅਸੀਂ ਲੈਟਰ ਲਿਖੀ, PPSC ਦੇ ਚੇਅਰਪਰਸਨ ਨੂੰ ਵੀ ਲੈਟਰ ਲਿਖੀ। ਔਰ ਫਿਰ ਅਸੀਂ ਫਾਈਨਲੀ ਸੁਪਰੀਮ ਕੋਰਟ ਅਪਰੋਚ ਕੀਤਾ। 3.5 ਲੱਖ ਰੁਪਇਆ ਅਸੀਂ ਉੱਥੇ ਦਿੱਤਾ ਪਟੀਸ਼ਨ ਫਾਈਲ ਕਰਨ ਲਈ, ਬਟ ਉਹ ਐਡਵੋਕੇਟ ਨੇ ਸਾਡੀ ਪਟੀਸ਼ਨ ਫਾਈਲ ਹੀ ਨਹੀਂ ਕੀਤੀ 4 ਦਿਨ। ਔਰ
ਫਰਾਈਡੇ ਜਿਸ ਦਿਨ ਲਾਸਟ ਵਰਕਿੰਗ ਡੇ ਸੀ, ਵਿਦ ਡਿਫੈਕਟ ਉਸਨੇ ਸਾਡੀ ਪਟੀਸ਼ਨ ਫਾਈਲ ਕੀਤੀ। ਔਰ ਫਾਈਲ ਕਦੋਂ ਕੀਤੀ? ਜਦੋਂ ਕਿ ਬੈਂਚ ਉੱਠ ਚੁੱਕਿਆ ਸੀ। ਔਰ ਉਸ ਤੋਂ ਬਾਅਦ ਵੀ ਅਸੀਂ ਦਿੱਲੀ ਦੇ ਵਿੱਚ ਸਾਰੀ ਅਥਾਰਟੀਜ਼ ਨੂੰ ਰਿਕੁਐਸਟ ਲਿਖੀ ਕਿ ਜੀ 10 ਤੋਂ 15,000 ਬੱਚੇ ਦਾ ਪੇਪਰ ਨਹੀਂ ਫਿਲ ਹੋਇਆ, ਤਾਂ ਕਾਈਂਡਲੀ ਪੇਪਰ ਨੂੰ ਪੋਸਟਪੋਨ ਕੀਤਾ ਜਾਵੇ ਜਾਂ ਰੀ-ਨੋਟੀਫਾਈ ਕੀਤਾ ਜਾਵੇ। ਅਸੀਂ ਇੱਥੋਂ ਤੱਕ ਵੀ ਰਿਕੁਐਸਟ ਕੀਤੀ ਕਿ ਜੋ ਸਟੇਟ ਦੇ ਅਰੇਂਜਮੈਂਟਸ ਦੇ ਖਰਚੇ ਨੇ ਉਹ ਵੀ ਅਸੀਂ ਪੇ ਕਰਨ ਲਈ ਤਿਆਰ ਹਾਂ, ਬਟ ਕੁਝ ਬੱਚਿਆਂ ਦਾ ਲਾਸਟ ਚਾਂਸ ਹੈ ਤਾਂ ਉਹਨਾਂ ਨੂੰ ਪੇਪਰ ਫਿਲ ਕਰਨ ਦਾ ਚਾਂਸ ਦਿੱਤਾ ਜਾਵੇ। ਬਟ ਪੇਪਰ ਇਹਨਾਂ ਨੇ ਜ਼ਬਰਦਸਤੀ 22 ਤਰੀਕ ਨੂੰ ਹੀ ਲਿਆ, ਚਲੋ ਲੈ ਲਿਆ। ਔਰ ਪੇਪਰ ਦੇ ਵਿੱਚ ਤੁਸੀਂ ਲਗਾਓ, ਹੁਣ ਸਾਡੇ ਕੋਲੇ ਜਿੱਦਾਂ ਆਨਸਰ ਆਏ ਨੇ ਮੈਂ ਤੁਹਾਨੂੰ ਦਿਖਾਊਂਗਾ। ਦਿੱਲੀ ਦੀਆਂ ਕੁਝ ਅਕੈਡਮੀਜ਼ ਨੇ ਜਿਨ੍ਹਾਂ ਨੇ ਪੇਪਰ ਜਿਸ ਦਿਨ ਹੋਇਆ ਉਸੇ ਦਿਨ ਮਤਲਬ ਕੱਟ ਆਫ ਰਿਲੀਜ਼ ਕਰਤੀ, ਐਗਜ਼ੈਕਟ ਕੱਟ ਆਫ। ਅੰਦਾਜ਼ਾ ਦੇਖੋ ਲਗਾਇਆ ਜਾ ਸਕਦਾ, ਅਸੀਂ ਵੀ ਲਗਾ ਸਕਦੇ ਹਾਂ ਕਿ 350 ਤੋਂ 400 ਨੰਬਰ ਤੱਕ ਕੱਟ ਆਫ ਜਾਏਗੀ, ਬਟ ਐਗਜ਼ੈਕਟ ਕੱਟ ਆਫ ਦੱਸਣ ਦਾ ਮਤਲਬ ਹੈ ਕਿ ਤੁਸੀਂ ਸ਼ਾਇਦ ਪੇਪਰ ਲੀਕ ਦੇ ਵਿੱਚ ਇਨਵੋਲਵਡ ਹੋਗੇ। ਔਰ ਕੁਛ ਇੱਕ ਬੱਚਾ ਸਾਨੂੰ ਰਿਜ਼ਲਟ ਦੇ ਵਿੱਚ ਮਿਲਿਆ ਜਿਹਦੀ 42 ਸਾਲ ਏਜ ਹੈ ਜਨਰਲ ਕੈਟੇਗਰੀ ਦਾ, ਜੋ ਪੇਪਰ ਦੇ ਵਿੱਚ ਬੈਠਾ ਸੀ, ਜਦ ਕਿ ਪੰਜਾਬ ਦੇ ਵਿੱਚ ਜੋ ਮੈਕਸਿਮਮ ਏਜ ਹੈ ਉਹ 37 ਸਾਲ ਹੈ। ਔਰ ਕੁਛ 3 ਬੱਚੇ ਅਸੀਂ ਰਿਜ਼ਲਟ ਦੇ ਵਿੱਚ ਸਾਨੂੰ ਮਿਲੇ ਨੇ ਜਿਹੜੇ ਬਿਲਕੁਲ ਇਕੱਠੇ ਬੈਠੇ ਸੀ ਬੈਕ ਟੂ ਬੈਕ, ਔਰ ਉਹਨਾਂ ਦੇ ਸੇਮ ਨੰਬਰ ਨੇ। ਦੈਟ ਮੀਨਸ ਜਾਂ ਤਾਂ ਉਹਨਾਂ ਕੋਲੇ ਪੇਪਰ ਸੀ ਜਾਂ ਉਹਨਾਂ ਨੇ ਚੀਟਿੰਗ ਕੀਤੀ ਹੈ। ਔਰ ਤੁਸੀਂ ਦੇਖੋ ਪੇਪਰ ਤੋਂ ਇੱਕ ਹਫ਼ਤਾ ਪਹਿਲਾਂ ਇਹਨਾਂ ਨੇ ਸੀਟਿੰਗ ਪਲਾਨ ਰਿਲੀਜ਼ ਕੀਤਾ, ਸਕੂਲਸ ਦੇ ਨਾਮ ਦੱਸੇ, ਕਾਲਜਸ ਦੇ ਨਾਮ ਦੱਸੇ, ਕਲਾਸ ਰੂਮ ਦਾ ਨੰਬਰ ਦੱਸਿਆ, ਬੈਂਚ ਨੰਬਰ ਤੱਕ ਇਹਨਾਂ ਨੇ ਦੱਸਿਆ। ਔਰ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਮੈਂ ਅੱਜ ਤੱਕ ਨਹੀਂ ਦੇਖਿਆ, ਮਤਲਬ ਇਹ ਚੀਜ਼ ਤਾਂ ਦੇਖੀ ਹੈ ਕਿ ਚਲੋ ਤੁਹਾਨੂੰ ਸਕੂਲ ਕਾਲਜ ਤਾਂ ਪਤਾ, ਬਟ ਤੁਹਾਨੂੰ ਕਲਾਸਰੂਮ ਪਤਾ ਹੋਵੇ, ਤੁਹਾਨੂੰ ਆਪਣਾ ਬੈਂਚ ਨੰਬਰ ਤੱਕ ਪਤਾ ਹੋਵੇ। ਦੈਟ ਮੀਨਸ ਤੁਸੀਂ ਬੱਚਿਆਂ ਨੂੰ ਇਨਵਾਈਟ ਕਰ ਰਹੇ ਹੋ ਕਿ ਜੀ ਇਹ ਤੁਹਾਡਾ ਸਕੂਲ ਹੈ, ਇਹ ਤੁਹਾਡੀ ਕਲਾਸ ਹੈ, ਇਹ ਤੁਹਾਡਾ ਬੈਂਚ ਹੈ, ਤੁਸੀਂ ਜਾ ਕੇ ਉੱਥੇ ਆਪਣਾ ਮੋਬਾਈਲ ਵਗੈਰਾ, ਆਪਣੀਆਂ ਬੁੱਕਸ ਵਗੈਰਾ ਜਾ ਕੇ ਰੱਖਿਆ ਹੋ। ਔਰ ਅਗਰ ਮੈਂ ਤੁਹਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੀ ਕਲੈਰੀਕਲ ਰਿਕਰੂਟਮੈਂਟ ਦੀ ਗੱਲ ਕਰਾਂ, ਸਾਡੇ ਗਾਰਡ ਦੀ ਬੇਟੀ ਹੈ, ਉਹਨੇ ਜੋ ਆਪਣੀ ਪੰਜਾਬੀ ਹੈ ਉਹ ਪੋਸਟ ਮੈਟ੍ਰਿਕ ਕੀਤੀ ਹੈ। ਔਰ ਇਹਨਾਂ ਨੇ ਆਪਣੇ ਇੱਕ FAQs ਰਿਲੀਜ਼ ਕੀਤੇ ਕਿ ਜਿਹੜੇ ਬੱਚਿਆਂ ਨੇ ਪੰਜਾਬੀ ਪੋਸਟ ਮੈਟ੍ਰਿਕ ਕੀਤੀ ਹੈ ਉਹਨਾਂ ਨੂੰ ਅਸੀਂ ਪੇਪਰ ਦੇ ਵਿੱਚ ਨਹੀਂ ਬਿਠਾਣਾ। ਔਰ ਉਸ ਲੜਕੀ ਨੂੰ ਇੱਕ ਦਿਨ ਪਹਿਲਾਂ ਫੋਨ ਕੀਤਾ ਗਿਆ ਕਿ ਤੁਸੀਂ ਪੇਪਰ ਦੇ ਵਿੱਚ ਨਹੀਂ ਬੈਠਣਾ, ਤੁਸੀਂ ਨਹੀਂ ਆਣਾ। ਔਰ ਮੈਂ ਆਪਣੀ ਲਾਈਫ ਦੇ ਵਿੱਚ ਅੱਜ ਤੱਕ ਇੱਦਾਂ ਦਾ ਕਦੇ ਕੋਈ ਮੈਂ ਸਰਵਿਸ ਰੂਲ ਨਹੀਂ ਦੇਖਿਆ ਕਿ ਜੋ ਇਹ ਕਹਿੰਦਾ ਹੋਵੇ ਕਿ ਅਗਰ ਤੁਸੀਂ ਪੰਜਾਬੀ ਪੋਸਟ ਮੈਟ੍ਰਿਕ ਕੀਤੀ ਹੈ ਤਾਂ ਤੁਸੀਂ ਪੇਪਰ ਦੇ ਵਿੱਚ ਨਹੀਂ ਬੈਠ ਸਕਦੇ। ਔਰ ਅਗਰ ਮੈਂ ਡਰਾਈਵਰਸ ਦੀ ਗੱਲ ਕਰਾਂ, ਡਰਾਈਵਰਸ ਦੀ ਇਹਨਾਂ ਨੇ ਰਿਕਰੂਟਮੈਂਟ ਕੀਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ। 22 ਡਰਾਈਵਰ ਮੇਰੇ ਖਿਆਲ ਇਹਨਾਂ ਨੇ ਰੱਖੇ ਨੇ, ਔਰ 18 ਡਰਾਈਵਰ ਜੋ ਸੁਣਨ ਚਾਹੁੰਦਾ ਇਹਨਾਂ ਨੇ ਮੱਧ ਪ੍ਰਦੇਸ਼ ਤੋਂ ਬੁਲਾਏ ਨੇ। ਕਹਿਣ ਦਾ ਭਾਵ ਹਰ ਸਟੇਟ ਦੇ ਵਿੱਚ ਹੀ। ਹੁਣ ਅਗਰ ਮੈਂ ਗੁਜਰਾਤ ਦੀ ਗੱਲ ਕਰਾਂ, ਦੇਖੋ ਗੁਜਰਾਤ ਦੇ ਵਿੱਚ 2-3 ਸਾਲ ਪਹਿਲਾਂ ਮੇਰੇ ਖਿਆਲ 240 ਵੈਕੈਂਸੀਜ਼ ਨਿਕਲੀਆਂ, ਔਰ ਇਹਨਾਂ ਨੇ 39 ਬੰਦੇ ਰੱਖ ਕੇ ਰਿਕਰੂਟਮੈਂਟ ਜਿਹੜੀ ਆ ਉਹ ਕਲੋਜ਼ ਕਰਤੀ। ਤਾਂ ਅਗਰ ਤੁਸੀਂ ਗੁਜਰਾਤ ਦੇ ਵਿੱਚ ਜਾਂਦੇ ਹੋ, ਗੁਜਰਾਤ ਸਟੇਟ ਕੋਲੇ 240 ਕੋਰਟਸ ਦਾ ਇਨਫਰਾਸਟ੍ਰਕਚਰ ਨਹੀਂ ਹੈ, ਔਰ ਗੁਜਰਾਤ ਜੁਡੀਸ਼ੀਅਲ ਅਕੈਡਮੀ ਕੋਲੇ 240 ਮਤਲਬ ਸੀਟਾਂ ਨਹੀਂ ਹੈ ਜੁਡੀਸ਼ੀਅਲ ਆਫੀਸਰਸ ਨੂੰ ਟ੍ਰੇਨ ਕਰਨ ਦੀਆਂ। ਉਹੀ ਹਰਿਆਣਾ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ 256 ਵੈਕੈਂਸੀਜ਼ ਨਿਕਲੀਆਂ ਨੇ, ਔਰ 256 ਕੋਰਟਾਂ ਦਾ ਇਨਫਰਾਸਟ੍ਰਕਚਰ ਨਹੀਂ ਹੈ ਹਰਿਆਣਾ ਕੋਲੇ, ਔਰ ਨਾ ਹੀ ਇੱਥੇ ਜੁਡੀਸ਼ੀਅਲ ਅਕੈਡਮੀ ਦੇ ਵਿੱਚ 256 ਜਿਹੜੀਆਂ ਹੈਗੀਆਂ ਸੀਟਾਂ ਨੇ। ਤਾਂ ਕਹਿਣ ਦਾ ਭਾਵ ਅਗਰ ਹੁਣ ਮੈਂ ਤੁਹਾਨੂੰ ਥੋੜ੍ਹਾ ਹੋਰ ਪਿੱਛੇ ਲੈ ਕੇ ਚੱਲਾਂ, 1988 ਦੇ ਵਿੱਚ ਮੇਰੇ ਮਾਮਾ ਜੀ ਮੈਜਿਸਟ੍ਰੇਟ ਸਿਲੈਕਟ ਹੋਏ ਸੀ, 32 ਪੋਸਟਾਂ ਨਿਕਲੀਆਂ ਸੀ, 8 ਬੰਦੇ ਇਹਨਾਂ ਨੇ ਰੱਖੇ। ਮਤਲਬ ਤੁਸੀਂ ਜਿੰਨਾ ਮਰਜ਼ੀ ਪਿੱਛੇ ਚਲੇ ਜਾਓ, ਤੁਸੀਂ 50 ਸਾਲ ਵੀ ਪਿੱਛੇ ਜਾਓਗੇ ਤਾਂ ਇਹਨਾਂ ਦਾ ਜੋ ਸਿਸਟਮ ਹੈ ਉਹ ਇਹੀ ਚੱਲ ਰਿਹਾ ਹੈਗਾ ਕਿ ਆਪਾਂ 100 ਪੋਸਟਾਂ ਕੱਢੋ, ਜਨਤਾ ਨੂੰ ਖੁਸ਼ ਰੱਖੋ, ਬੱਚਿਆਂ ਨੂੰ ਖੁਸ਼ ਰੱਖੋ। ਬੱਚੇ ਆਪਾਂ ਉਹੀ ਆਪਣੇ 10 ਰੱਖਣੇ ਨੇ, ਉਹਦੇ 'ਚੋਂ ਵੀ ਆਪਾਂ 8 ਬੱਚੇ ਆਪਣੇ ਰੱਖਣੇ ਨੇ। ਔਰ ਤੁਸੀਂ ਦੇਖੋ ਜਿਵੇਂ ਹੁਣ ਮੇਰੀ ਸਿਸਟਰ ਹੈ ਪਟਿਆਲਾ ਤੋਂ, ਪਹਿਲਾਂ ਉਹ ਆਪਣੇ ਲਾਅ ਦੇ ਵਿੱਚੋਂ 골ਡ ਮੈਡਲਿਸਟ ਹੈ, ਰਾਜੀਵ ਗਾਂਧੀ ਤੋਂ ਉਹਨੇ ਲਾਅ ਕੀਤਾ ਹੈ। 6 ਜਾਂ 7 ਮੇਨਸ ਉਹ ਵੱਖਰੀਆਂ ਸਟੇਟਾਂ ਦੇ ਕਲੀਅਰ ਕਰ ਚੁੱਕੀ ਹੈ। ਔਰ ਰੀਸੈਂਟ ਹੁਣ ਉਹਦਾ ਦਿੱਲੀ ਇੰਟਰਵਿਊ ਹੋਇਆ ਸੀ। ਪਹਿਲਾਂ ਤਾਂ ਦਿੱਲੀ ਦੇ ਵਿੱਚ ਵੀ ਇਹ ਐਲੀਗੇਸ਼ਨਸ ਨੇ ਕਿ ਇਹਨਾਂ ਨੇ ਮੇਨਸ ਦੇ ਵਿੱਚ ਬੱਚਿਆਂ ਨੂੰ ਘੱਟ ਮਾਰਕਸ ਦਿੱਤੇ ਨੇ, ਆਪਣੇ ਬੱਚਿਆਂ ਨੂੰ ਜਾਂ ਪੈਸੇ ਲੈ ਕੇ ਜ਼ਿਆਦਾ ਮਾਰਕਸ ਦਿੱਤੇ ਨੇ। ਔਰ ਇੰਟਰਵਿਊ ਦੇ ਵਿੱਚ ਉਹਨੂੰ 3 ਸਵਾਲ ਪੁੱਛੇ ਗਏ ਕਿ ਤੁਸੀਂ, ਤੁਹਾਡਾ ਨਾਮ ਕੀ ਹੈ, ਤੁਹਾਡੇ ਪੇਰੈਂਟਸ ਕੀ ਕਰਦੇ ਨੇ, ਔਰ ਤੁਸੀਂ ਪੰਜਾਬ ਤੋਂ ਦਿੱਲੀ ਇੰਟਰਵਿਊ ਦੇਣ ਲਈ ਕਿਉਂ ਆਏ ਹੋ। ਤਾਂ ਅਸੀਂ ਤਾਂ ਦੇਖੋ ਕਹਿ ਰਹੇ ਹਾਂ ਕਿ ਜਦ ਆਪਾਂ ਪੇਪਰ ਦੇ ਸਕਦੇ ਹਾਂ ਤਾਂ ਆਪਾਂ ਇੰਟਰਵਿਊ ਵੀ ਦੇ ਸਕਦੇ ਹਾਂ। ਆਪਣੀਆਂ ਸਾਰੀਆਂ ਸਟੇਟਸ ਇੱਕ ਨੇ, ਆਪਣਾ ਕੌਨਸਟੀਟਿਊਸ਼ਨ ਇੱਕ ਹੈ, ਆਪਣਾ ਦੇਸ਼ ਇੱਕ ਹੈ, ਆਪਣਾ ਕੌਨਸਟੀਟਿਊਸ਼ਨ ਇੱਕ ਯੂਨਿਟਰੀ ਸਟਰਕਚਰ ਦੀ ਗੱਲ ਕਰਦਾ, ਨਾ ਹੀ ਕੋਈ ਫੈਡਰਲ ਸਟਰਕਚਰ ਦੀ ਗੱਲ ਕਰਦਾ।
ਔਰ ਇਹ ਸਾਰੀਆਂ ਸਟੇਟਸ ਦੇ ਵਿੱਚ ਇਦਾਂ ਹੀ ਚੱਲ ਰਿਹਾ। ਅਗਰ ਤੁਸੀਂ ਪੰਜਾਬ ਤੋਂ ਹਿਮਾਚਲ ਚਲੇ ਜਾਓ, ਹਿਮਾਚਲ ਦੇ ਵਿੱਚ ਵੀ ਹਿਮਾਚਲ ਦੇ ਬੱਚਿਆਂ ਨੂੰ ਹੀ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਤੁਸੀਂ ਰਾਜਸਥਾਨ ਚਲੇ ਜਾਓ, ਰਾਜਸਥਾਨ ਵਾਲੇ ਵੀ ਆਪਣੇ ਬੱਚਿਆਂ ਨੂੰ ਪ੍ਰੈਫਰੈਂਸ ਦਿੰਦੇ ਨੇ। ਆਪਣੀ ਸਟੇਟ ਦੇ ਬੱਚਿਆਂ ਨੂੰ ਜ਼ਿਆਦਾ ਮਾਰਕਸ ਦਿੱਤੇ ਜਾਂਦੇ ਨੇ। ਦੂਜੀਆਂ ਸਟੇਟਸ ਦੇ ਬੱਚਿਆਂ ਨੂੰ ਇਦਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਕਿ ਤੁਸੀਂ ਦੂਜੀ ਸਟੇਟ ਤੋਂ ਕਿਉਂ ਆਏ ਹੋ। ਹੁਣ ਤੁਸੀਂ ਬਿਹਾਰ ਚਲੇ ਜਾਓ, ਬਿਹਾਰ ਦੇ ਵਿੱਚ ਤਾਂ 100 ਕੁਐਸਚਨ ਜਿੱਦਾਂ ਆਉਂਦੇ ਨੇ ਪੇਪਰ ਦੇ ਵਿੱਚ, ਕਦੇ ਇਹਨਾਂ ਦੇ 40 ਕੁਐਸਚਨ ਗਲਤ ਹੋ ਜਾਂਦੇ ਨੇ, ਕਦੇ 50 ਕੁਐਸਚਨ ਗਲਤ ਹੋ ਜਾਂਦੇ ਨੇ। ਤਾਂ ਮੈਂ ਤਾਂ ਕਹਿ ਰਿਹਾ ਕਿ ਅਗਰ ਤੁਸੀਂ ਇੱਕ ਜੁਡੀਸ਼ੀਅਲ ਐਗਜ਼ਾਮ ਦੇ ਇੱਕ 100 ਕੁਐਸਚਨ ਤੁਸੀਂ ਠੀਕ ਨਹੀਂ ਬਣਾ ਸਕਦੇ ਤਾਂ ਤੁਹਾਨੂੰ ਇਹ ਰਿਕਰੂਟਮੈਂਟਸ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਔਰ ਜਦੋਂ ਤੁਸੀਂ ਸਾਨੂੰ ਹੀ ਐਂਟਰਟੇਨ ਨਹੀਂ ਕਰ ਰਹੇ, ਤੁਸੀਂ ਹੋਣ ਵਾਲੇ ਜੱਜਿਸ ਨੂੰ ਐਂਟਰਟੇਨ ਨਹੀਂ ਕਰ ਰਹੇ, ਜਾਂ ਮਤਲਬ ਵਕੀਲਾਂ ਨੂੰ ਐਂਟਰਟੇਨ ਨਹੀਂ ਕਰ ਰਹੇ, ਜੁਡੀਸ਼ੀਅਲ ਐਸਪੀਰੈਂਟਸ ਨੂੰ ਐਂਟਰਟੇਨ ਨਹੀਂ ਕਰ ਰਹੇ, ਤਾਂ ਤੁਸੀਂ ਇੱਕ ਆਮ ਬੰਦੇ ਨੂੰ ਕੀ ਐਂਟਰਟੇਨ ਕਰਦੇ ਹੋਵੋਗੇ। ਔਰ ਦਿੱਲੀ ਦੇ ਵਿੱਚ ਸਾਡੇ ਲਾਅ ਮਿਨਿਸਟਰ ਵੀ ਇਹੀ ਗੱਲ ਕਹਿ ਰਹੇ ਨੇ ਕਿ ਦਿੱਲੀ ਦੇ ਵਿੱਚ ਹੁਣ ਰੀਸੈਂਟ ਕਪਿਲ ਸਿੱਬਲ ਦਾ ਵੀ ਇਹੀ ਬਿਆਨ ਆਇਆ ਕਿ ਦੇयर ਇਜ਼ ਨੋ ਹੋਪ ਲੈਫਟ ਇਨ ਸੁਪਰੀਮ ਕੋਰਟ। ਔਰ ਜਿੰਨੇ ਮੇਰੇ ਖਿਆਲ ਦਿੱਲੀ ਦੇ ਵਿੱਚ ਜਿੰਨੇ ਵੀ ਸੀਨੀਅਰ ਐਡਵੋਕੇਟ ਨੇ ਸਾਰਿਆਂ ਦਾ ਇਹੀ ਬਿਆਨ ਆ ਰਿਹਾ, ਲਾਅ ਮਿਨਿਸਟਰ ਦਾ ਵੀ ਇਹੀ ਆ ਰਿਹਾ ਹੈਗਾ। ਤਾਂ ਮੈਂ ਤਾਂ ਦੇਖੋ ਤੁਹਾਡੇ ਮੀਡੀਆ ਦੇ ਰਾਹੀਂ, ਜਨਤਾ ਦੇ ਰਾਹੀਂ, ਮੈਂ ਦਿੱਲੀ ਦੇ ਵਿੱਚ ਬੈਠੀਆਂ ਸਰਕਾਰਾਂ ਨੂੰ, ਸਾਡੇ ਚੀਫ ਜਸਟਿਸ ਨੂੰ ਮੈਂ ਇਹੀ ਕੁਐਸਚਨ ਕਰਨਾ ਚਾਹੂੰਗਾ ਕਿ ਸਾਡੀ ਸੁਣਵਾਈ ਕਿਉਂ ਨਹੀਂ ਕੀਤੀ ਜਾ ਰਹੀ। ਮਤਲਬ ਅਸੀਂ ਕੀ ਕੋਈ ਗੁਨਾਹਗਾਰ ਆ, ਅਸੀਂ ਕੋਈ ਜੁਰਮ ਕਰਤਾ ਵੀ ਸਾਡੀਆਂ ਪਟੀਸ਼ਨਸ ਨੂੰ ਤੁਸੀਂ ਕਿਉਂ ਨਹੀਂ ਸੁਣ ਰਹੇ। ਹੁਣ ਮੈਂ ਤੁਹਾਨੂੰ ਅਗਰ ਹਰਿਆਣਾ ਦੀ ਗੱਲ ਦੱਸਾਂ, 4 ਪਟੀਸ਼ਨਸ ਅਸੀਂ ਸੁਪਰੀਮ ਕੋਰਟ ਦੇ ਸੀਨੀਅਰ ਮੋਸਟ ਐਡਵੋਕੇਟਸ ਦੇ ਨਾਲ 10-10 ਲੱਖ ਰੁਪਇਆ ਦੇ ਕੇ 4 ਪਟੀਸ਼ਨਸ ਅਸੀਂ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤੀਆਂ। ਚਾਰੋਂ ਪਟੀਸ਼ਨ ਸਾਡੀਆਂ 5-5 ਸੈਕਿੰਡ ਦੇ ਵਿੱਚ ਡਿਸਮਿਸ ਹੋ ਗਈਆਂ। 4 ਪਟੀਸ਼ਨਸ ਅਸੀਂ ਹਾਈ ਕੋਰਟ ਫਾਈਲ ਕੀਤੀਆਂ, ਚਾਰਾਂ ਦੀ ਚੱਕ ਇਹਨਾਂ ਨੇ 1 ਸਾਲ ਦੀ ਫਸਟ ਨੋਟਿਸ ਆਫ ਮੋਸ਼ਨ ਦੀ ਡੇਟ ਪਾਤੀ। ਤਾਂ ਮਤਲਬ ਸਾਨੂੰ ਤਾਂ ਇਹੀ ਨਹੀਂ ਸਮਝ ਆ ਰਿਹਾ ਕਿ ਅਗਰ ਕੋਰਟਸ ਹੀ ਨਹੀਂ ਸਾਨੂੰ ਐਂਟਰਟੇਨ ਕਰ ਰਹੀਆਂ ਤਾਂ ਅਸੀਂ ਕਿੱਥੇ ਜਾਈਏ। ਇੱਕ ਵਾਰੀ ਤੁਸੀਂ ਆਪਣੇ ਬਾਰੇ ਦੱਸ ਦਿਓ, ਤੁਸੀਂ ਕਿਹੜੀ ਸਟੇਟ ਤੋਂ ਪੇਪਰ ਦਿੱਤਾ ਸੀਗਾ? ਮੈਂ ਦੇਖੋ ਜੀ ਬਿਲੋਂਗ ਪੰਜਾਬ ਤੋਂ ਕਰਦਾ, ਬਟ ਫॉर द ਲਾਸਟ 15 ਇਅਰਸ ਮੈਂ ਰਿਹਾ ਚੰਡੀਗੜ੍ਹ ਦੇ ਵਿੱਚ ਹੀ ਰਿਹਾ। ਔਰ ਮੈਂ ਹੁਣ 3 ਸਾਲ ਪਹਿਲਾਂ ਮੈਂ ਹਰਿਆਣਾ ਦਾ ਪੇਪਰ ਭਰਿਆ ਸੀ। ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਮੁਤਾਬਿਕ ਤੁਸੀਂ ਹਰ ਰਿਕਰੂਟਮੈਂਟ 9 ਮਹੀਨਿਆਂ ਦੇ ਵਿੱਚ ਪੂਰੀ ਕਰਨੀ ਹੈ। ਤਾਂ ਇਹ 3 ਸਾਲ, 3.5 ਸਾਲ, 4 ਸਾਲ, ਹੁਣ ਤੁਸੀਂ ਦੇਖੋ ਹਰਿਆਣਾ ਦੀ ਰਿਕਰੂਟਮੈਂਟ ਨੂੰ ਚੱਲਦੇ 3.5 ਸਾਲ ਹੋ ਚੁੱਕੇ ਨੇ ਔਰ ਹਲੇ ਵੀ ਇਹਨਾਂ ਦੀ ਰਿਕਰੂਟਮੈਂਟ ਹੈ ਜਿਹੜੀ ਪੂਰੀ ਨਹੀਂ ਹੋਈ। ਤਾਂ ਹੁਣ ਤੁਸੀਂ ਮੇਰੀ ਗੱਲ ਪੁੱਛੀ ਹੈ, ਮੈਂ ਹਰਿਆਣਾ ਦਾ ਪੇਪਰ ਦਿੱਤਾ ਸੀ। ਮੈਨੂੰ ਮੇਨਸ ਕੁਆਲੀਫਾਈ ਕਰਨ ਲਈ 450 ਨੰਬਰ ਚਾਹੀਦੇ ਸੀ ਔਰ ਮੈਂ ਐਕਸਪੈਕਟ ਕੀਤਾ ਸੀ ਕਿ ਮੇਰੇ 550 550 ਨੰਬਰ ਆਣਗੇ, ਬਟ ਮੇਰੇ ਨੰਬਰ ਆਏ 440.5। ਜਦੋਂ ਅਸੀਂ ਆਨਸਰ ਸ਼ੀਟਾਂ ਮੰਗੀਆਂ ਤਾਂ ਹੁਣ ਅਗਰ ਤੁਸੀਂ RTI ਐਕਟ ਦੇਖਦੇ ਹੋ, RTI ਐਕਟ ਦੇ ਵਿੱਚ 30 ਦਿਨ ਜਾਂ 60 ਦਿਨ ਮੈਕਸਿਮਮ 90 ਦਿਨ ਦੇ ਵਿੱਚ ਆਨਸਰ ਸ਼ੀਟਾਂ ਦੇਣ ਲਈ ਕੋਰਟਸ ਬਾਉਂਡ ਨੇ, ਬਟ ਇਹਨਾਂ ਨੇ 120 ਦਿਨ 150 ਦਿਨ ਤੱਕ ਮਤਲਬ ਬੱਚਿਆਂ ਦੀਆਂ ਆਨਸਰ ਸ਼ੀਟਾਂ ਦੱਬਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਅਗਲੀ ਰਿਕਰੂਟਮੈਂਟ ਕੱਢ ਕੇ ਮਤਲਬ ਇਹ ਗ੍ਰੀਵੈਂਸਿਸ ਬੱਚਿਆਂ ਦੇ ਇੱਥੇ ਹੀ ਦੱਬ ਦਾਂਗੇ। ਬਟ ਚਲੋ ਫਾਈਨਲੀ ਸਾਨੂੰ ਆਨਸਰ ਸ਼ੀਟਸ ਮਿਲੀਆਂ ਤਾਂ ਮੈਂ ਤੁਹਾਨੂੰ ਦੇ ਕੇ ਵੀ ਜਾਊਂਗਾ, ਦਿਖਾ ਕੇ ਵੀ ਜਾਊਂਗਾ ਕਿ ਜੋ ਠੀਕ ਕੁਐਸਚਨ ਨੇ, ਚਾਹੇ ਉਹ ਇੰਗਲਿਸ਼ ਦੇ ਨੇ, ਚਾਹੇ ਲਾਅ ਦੇ ਨੇ, ਅਗਰ ਤੁਸੀਂ ਉਹਨੂੰ ਚਾਹੇ ਵਰਡ ਵੈਬ ਨਾਲ ਕੰਪੇਅਰ ਕਰੋ, ਆਕਸਫੋਰਡ ਨਾਲ ਕੰਪੇਅਰ ਕਰੋ, ਗੂਗਲ ਨਾਲ, ਮਤਲਬ ਗੂਗਲ ਦੇ ਵਿੱਚ ਤੁਸੀਂ ਸਰਚ ਕਰੋ, ਫਾਲਤੂ ਇਹਨਾਂ ਨੇ ਕਾਟੇ ਮਾਰ ਰੱਖੇ ਨੇ। ਔਰ ਹਰਿਆਣਾ ਇੰਟਰਵਿਊਜ਼ ਦੀ ਅਗਰ ਹੁਣ ਮੈਂ ਗੱਲ ਕਰਾਂ ਤਾਂ ਇਹਨਾਂ ਦੇ ਕੋਈ ਜਸਟਿਸ ਨੇ ਕੇਰਲਾ ਤੋਂ, ਉਹ ਜੋ ਇੱਕ ਮਤਲਬ ਸਲੋਟ ਸੀ ਇੰਟਰਵਿਊਜ਼ ਦਾ 1 ਮਹੀਨੇ ਦਾ, ਉਸ ਟਾਈਮ ਦੇ ਦੌਰਾਨ ਮੈਡੀਕਲ ਗਰਾਊਂਡਸ ਦੇ ਉੱਪਰ ਰਿਕਿਊਜ਼ਲ ਲੈ ਗਏ ਕਿ ਜੀ ਮੈਂ ਇੰਟਰਵਿਊ ਪੈਨਲ ਦੇ ਵਿੱਚ ਨਹੀਂ ਬੈਠ ਸਕਦਾ। ਔਰ ਉਸ 1 ਮਹੀਨੇ ਦੌਰਾਨ ਉਹ ਮੈਡੀਕਲ ਗਰਾਊਂਡਸ ਦੇ ਉੱਪਰ ਇੱਕ ਹਸਪੀਟਲ ਦੇ ਵਿੱਚ ਵੀ ਐਡਮਿਟ ਨੇ। ਪੂਰਾ 1 ਮਹੀਨਾ ਉਹ ਬਿਲਕੁਲ ਮੈਂ ਤੁਹਾਨੂੰ ਰੋਕਣਾ ਹਾਂਜੀ ਚਾਹਾਂਗਾ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਤੁਸੀਂ ਸਾਰੇ ਪਾਸੇ ਕਹਿ ਰਹੇ ਹੋ, ਇਹ ਤੋਂ ਲੈ ਕੇ ਜੈਡ ਤੱਕ ਪੂਰੀ ਹਿੰਦੁਸਤਾਨ ਦੀ ਜੁਡੀਸ਼ਰੀ ਤੁਸੀਂ ਸਵਾਲੀਆ ਨਿਸ਼ਾਨ ਖੜਾ ਕਰਤਾ ਜੀ, ਸਾਰਾ ਕੁਝ ਖਰਾਬ ਹੋ ਰਿਹਾ। ਗੱਲ ਇਹ ਹੈ ਕਿ ਤੁਹਾਡੇ ਕੋਲ ਐਵੀਡੈਂਸ ਕੀ ਨੇ, ਕਿਉਂਕਿ ਆਪਾਂ ਜਦ ਸਾਰਿਆਂ ਨੂੰ ਕਹਿੰਦੇ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰਾ ਸਿਸਟਮ ਖਰਾਬ ਹੈ, ਫਿਰ ਕੀ ਉਮੀਦ ਕਰਦੇ ਅਸੀਂ ਜੁਡੀਸ਼ਰੀ ਤੋਂ? ਜਿਹੜੀ ਤੁਸੀਂ ਇਹ ਲੜਾਈ ਲੜ ਰਹੇ ਹੋ, ਕੀ ਦੇਖਦੇ ਹੋ? ਦੇਖੋ ਐਵੀਡੈਂਸ ਮੇਰੇ ਕੋਲੇ ਹਰ ਚੀਜ਼ ਦਾ ਐਵੀਡੈਂਸ ਹੈ। ਜਿਵੇਂ ਮੈਂ ਤੁਹਾਨੂੰ ਮੱਧ ਪ੍ਰਦੇਸ਼ ਦੀਆਂ ਆਨਸਰ ਸ਼ੀਟਾਂ ਦੇ ਦਿੰਨਾ, ਤੁਸੀਂ ਚੈੱਕ ਕਰ ਸਕਦੇ ਹੋ, ਕਿਸੇ ਟੀਚਰ ਤੋਂ ਚੈੱਕ ਕਰਵਾ ਸਕਦੇ ਹੋ, ਕਿਸੇ ਜੱਜ ਤੋਂ ਚੈੱਕ ਕਰਵਾ ਸਕਦੇ ਹੋ, ਕਿਸੇ ਸੁਪਰੀਮ ਕੋਰਟ ਦੇ ਜੱਜ ਤੋਂ ਚੈੱਕ ਕਰਵਾ ਸਕਦੇ ਹੋ। ਮੈਂ ਤੁਹਾਨੂੰ ਇੱਕ ਪੰਜਾਬ ਦੇ ਬੱਚੇ ਦੀਆਂ ਆਨਸਰ ਸ਼ੀਟਾਂ ਦੇ ਕੇ ਜਾਊਂਗਾ, ਇਹਨੇ ਮੱਧ ਪ੍ਰਦੇਸ਼ ਦੇ ਵਿੱਚ ਪੇਪਰ ਦਿੱਤਾ ਸੀ ਔਰ 80 ਨੰਬਰ ਇਸ ਬੱਚੇ ਨੂੰ ਮਿਲਣੇ ਚਾਹੀਦੇ ਸੀ, 22 ਨੰਬਰ ਦੇ ਕੇ ਇਸ ਬੱਚੇ ਨੂੰ ਡੈਲੀਬਰੇਟਲੀ ਫੇਲ ਕੀਤਾ ਗਿਆ। ਔਰ ਜਦੋਂ ਅਸੀਂ ਇਹ ਪਟੀਸ਼ਨ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਫਾਈਲ ਕੀਤੀ, ਉੱਥੇ ਵੀ ਇਹੀ ਸਾਨੂੰ ਇਹ ਪਟੀਸ਼ਨ ਜ਼ਬਰਦਸਤੀ ਵਿਡਰਾਅ ਕਰਵਾਈ ਗਈ। ਸੁਪਰੀਮ ਕੋਰਟ ਜਿਵੇਂ ਹੀ ਅਸੀਂ ਪਹੁੰਚੇ, ਇਹਨਾਂ ਨੇ ਨੈਕਸਟ ਨੋਟੀਫਿਕੇਸ਼ਨ ਰਿਲੀਜ਼ ਕਰਤੀ ਔਰ 20 ਦਿਨ ਦੇ ਅੰਦਰ ਅੰਦਰ ਇਹਨਾਂ ਨੇ ਪੇਪਰ ਰੱਖਤਾ। ਉਸ ਤੋਂ ਅਗਲੇ 20 ਦਿਨ ਬਾਅਦ ਇਹਨਾਂ ਨੇ ਮੇਨਸ ਰੱਖਤਾ, ਅਗਲੇ 20 ਦਿਨ ਬਾਅਦ ਇਹਨਾਂ ਨੇ ਇੰਟਰਵਿਊ ਰੱਖਤੀ।
ਇੱਕ ਜਗ੍ਹਾ ਭਾਜੀ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਵੀ ਇੱਕ ਪਾਸੇ ਆਪਾਂ ਸਿਸਟਮ ਨੂੰ ਕਹਿ ਰਹੇ ਕਿ ਪੂਰਾ ਕਰਪਟ ਹੈ, ਇਸ ਤਰ੍ਹਾਂ ਦਾ ਸਕੈਮ ਚੱਲ ਰਿਹਾ ਬਹੁਤ ਵੱਡਾ, ਤੁਹਾਡੀ ਲੜਾਈ ਸਿੰਗਲ ਤੁਸੀਂ ਇਕੱਲੇ ਲੜ ਰਹੇ ਹੋ, ਜਦਕਿ ਵਿਕਟਮ ਬਹੁਤ ਸਾਰੇ ਲੋਕ ਨੇ, ਉਹ ਨਾਲ ਕਿਉਂ ਨਹੀਂ ਜੁੜ ਰਹੇ? ਦੇਖੋ ਬੱਚੇ ਡਰ ਤਾਂ ਦੇਖੋ, ਜਦ ਤੁਹਾਡੀ ਲਾਈਫ ਹੀ ਕੈਰੀਅਰ ਖਤਮ ਹੋ ਰਿਹਾ ਫਿਰ ਡਰ ਕਿੱਥੇ ਰਿਹਾ? ਬੱਚੇ ਨਾਲ ਜੁੜੇ ਹੋਏ ਨੇ, ਬਟ ਪ੍ਰੋਬਲਮ ਕੀ ਆ ਰਹੀ ਹੈ ਦੇਖੋ, ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਿੱਦਾਂ ਇਹ ਅੰਕਲ ਵੀ ਹੁਣ ਥੋੜੀ ਦੇਰ ਪਹਿਲਾਂ ਦੱਸ ਰਹੇ ਸੀ ਕਿ ਅਗਰ ਬੱਚੇ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕਰਦੇ ਨੇ, ਸਪੋਜ਼ ਕਰੋ ਕੋਈ ਕੁਐਸਚਨ ਗਲਤ ਆ ਗਿਆ ਤਾਂ ਅਸੀਂ ਉਹਦੇ ਰਿਗਾਰਡਿੰਗ ਪਟੀਸ਼ਨ ਫਾਈਲ ਕਰਤੀ, ਤਾਂ ਇੰਟਰਵਿਊ ਦੇ ਵਿੱਚ ਇਦਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਕਿ ਤੁਸੀਂ ਸਾਡੇ ਅਗੇਂਸਟ ਪਟੀਸ਼ਨਰ ਕਿਉਂ ਬਣੇ? ਤਾਂ ਬੱਚੇ ਦੇਖੋ ਡਰ ਦੋ ਤਿੰਨ ਤਰ੍ਹਾਂ ਦਾ ਹੁੰਦਾ ਹੈ, ਕੁਝ ਬੱਚੇ ਥੋੜਾ ਵੈਸੇ ਡਰਦੇ ਨੇ, ਕੁਝ ਆਪਣੇ ਕੈਰੀਅਰ ਨੂੰ ਲੈ ਕੇ ਡਰਦੇ ਨੇ, ਕੁਝ ਦੇ ਪੇਰੈਂਟਸ ਡਰਦੇ ਨੇ, ਕਿਉਂਕਿ ਅਲਟੀਮੇਟਲੀ ਹੁਣ ਅਗਰ ਤੁਸੀਂ ਇੰਡੀਆ ਦੀ ਗੱਲ ਕਰੋ ਤਾਂ ਆਪਾਂ ਮਤਲਬ ਕੀ ਕਹਿੰਦੇ ਆ ਕਿ ਹਾਈ ਕੋਰਟ ਜਾਵਾਂਗੇ ਜਾਂ ਸੁਪਰੀਮ ਕੋਰਟ ਜਾਵਾਂਗੇ, ਬਟ ਹੁਣ ਬੱਚਿਆਂ ਦੀ ਇੱਕ ਹੋਪ ਖਤਮ ਹੋ ਚੁੱਕੀ ਹੈ ਕਿ ਯਾਰ ਅਗਰ ਸਾਨੂੰ ਸੁਪਰੀਮ ਕੋਰਟ ਨੇ ਹੀ ਐਂਟਰਟੇਨ ਨਹੀਂ ਕੀਤਾ ਤਾਂ ਅਸੀਂ ਜਾਈਏ ਕਿੱਥੇ? ਬਟ ਮੈਂ ਹੁਣ ਉਹਨਾਂ ਦੇ ਵਿੱਚ ਇੱਕ ਦੁਬਾਰਾ ਨਵੀਂ ਹੋਪ ਜਗਾਈ ਹੈ ਕਿ ਆਪਾਂ ਕੁਛ ਨਾ ਕੁਛ ਮਤਲਬ ਅਗਰ ਆਪਾਂ ਜੰਗ ਸ਼ੁਰੂ ਕੀਤੀ ਹੈ ਤਾਂ ਰਿਲੀਫ ਆਪਾਂ ਮਤਲਬ ਲਵਾਂਗੇ ਹੀ ਲਵਾਂਗੇ। ਔਰ ਨੈਕਸਟ ਵੀਕ ਦਾ ਜੋ ਸਾਡਾ ਪਲਾਨ ਹੈ, ਮੈਂ ਕੋਸ਼ਿਸ਼ ਕਰੂੰਗਾ ਕਿ ਨਾਲ ਮੈਂ 200-400 ਬੱਚਾ ਲੈ ਕੇ ਅਸੀਂ ਦਿੱਲੀ ਸਾਰੀ ਅਥਾਰਟੀਜ਼ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰਾਂਗੇ, ਔਰ ਅਗਰ ਸਾਨੂੰ ਮਿਲਣ ਨਹੀਂ ਦਿੱਤਾ ਜਾਏਗਾ ਤਾਂ ਫਿਰ ਅਸੀਂ ਘਿਰਾਓ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਕਿੰਨਾ ਟਾਈਮ ਹੋਏਗਾ, ਕਦੋਂ ਤੱਕ? ਨੈਕਸਟ ਵੀਕ ਅਸੀਂ ਜਾ ਰਹੇ ਹਾਂ ਜੀ। ਹੁਣ ਜਿੱਦਾਂ ਮੈਂ ਤੁਹਾਨੂੰ ਮੱਧ ਪ੍ਰਦੇਸ਼ ਦੀ ਗੱਲ ਦੱਸਦਾ, ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੇ 2 ਸਾਲ ਪਹਿਲਾਂ 100 ਵੈਕੈਂਸੀਜ਼ ਕੱਢੀਆਂ ਏਡੀਜੇ ਦੀਆਂ। ਹੁਣ ਤੁਸੀਂ ਦੇਖੋ ਇੱਕ ਏਡੀਜੇ ਜਦੋਂ ਪੇਪਰ ਦਿੰਦਾ ਹੈ 35 ਸਾਲ, ਪਹਿਲੀ ਗੱਲ ਉਹਦੀ ਮਿਨੀਮਮ ਏਜ ਹੈ 7 ਸਾਲ ਦੀ ਉਹਨੂੰ ਪ੍ਰੈਕਟਿਸ ਚਾਹੀਦੀ ਹੈ, ਤਾਂ ਮੱਧ ਪ੍ਰਦੇਸ਼ ਹਾਈ ਕੋਰਟ ਨੇ ਇੱਕ ਵੀ ਬੱਚਾ ਸਿਲੈਕਟ ਨਹੀਂ ਕੀਤਾ। ਚਲੋ ਨਹੀਂ ਕੀਤਾ, ਬੱਚੇ ਇਕੱਠੇ ਹੋ ਕੇ ਮੱਧ ਪ੍ਰਦੇਸ਼ ਹਾਈ ਕੋਰਟ ਚਲੇ ਗਏ ਕਿ ਜੀ ਸਾਨੂੰ ਕੁਝ ਗੜਬੜੀ ਲੱਗ ਰਹੀ ਹੈ, ਸਾਨੂੰ ਸਾਡੀਆਂ ਆਨਸਰ ਸ਼ੀਟਾਂ ਦਿੱਤੀਆਂ ਜਾਣ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਮਨਾ ਕਰਤਾ ਕਿ ਸੌਰੀ ਅਸੀਂ ਆਨਸਰ ਸ਼ੀਟਸ ਨਹੀਂ ਦੇ ਸਕਦੇ। ਬੱਚੇ ਇਕੱਠੇ ਹੋ ਕੇ ਸੁਪਰੀਮ ਕੋਰਟ ਚਲੇ ਗਏ, ਸੁਪਰੀਮ ਕੋਰਟ ਨੇ ਵੀ ਮਨਾ ਕਰਤਾ। ਤਾਂ ਮੈਂ ਹੁਣ ਤੁਹਾਡੇ ਜ਼ਰੀਏ ਮੈਂ ਦਿੱਲੀ ਦੇ ਵਿੱਚ ਮੈਂ ਸਾਡੇ ਪ੍ਰੈਜ਼ੀਡੈਂਟ ਨੂੰ ਮੈਂ ਇਹ ਕੁਐਸਚਨ ਕਰਨਾ ਚਾਹੁੰਦਾ ਕਿ ਜੀ ਉਹ ਬੱਚੇ ਕਿੱਥੇ ਜਾਣ? ਮਤਲਬ ਕੋਈ ਤਾਂ ਸੋਲੂਸ਼ਨ ਹੋਣਾ ਚਾਹੀਦਾ ਨਾ। ਤੁਹਾਡਾ ਇੱਕ ਹਫ਼ਤੇ ਬਾਅਦ ਦਿੱਲੀ 'ਚ ਕਿਹੜੀ ਜਗ੍ਹਾ ਧਰਨਾ ਹੋਏਗਾ? ਦਿੱਲੀ ਅਸੀਂ ਜੰਤਰ ਮੰਤਰ ਤੇ ਧਰਨਾ ਕਰਾਂਗੇ ਜੀ। ਕੋਸ਼ਿਸ਼ ਹੈ ਮੈਂ ਘੱਟੋ ਘੱਟ 200-400-500 ਬੱਚਾ ਮਤਲਬ ਮੈਂ ਮਿਨੀਮਮ ਨਾਲ ਮੈਂ ਘੱਟੋ ਘੱਟ ਮੈਂ ਲੈ ਕੇ ਜਾਊਂਗਾ। ਔਰ ਕੁਝ ਬੱਚੇ ਸਾਡੇ ਦਿੱਲੀ ਹੀ ਹੈ ਉਹ ਵੀ ਆਉਣ ਲਈ ਤਿਆਰ ਨੇ, ਕੁਝ ਬੱਚੇ ਯੂਪੀ ਤੋਂ ਆ ਰਹੇ ਨੇ। ਔਰ ਅਗਰ ਜਿੱਦਾਂ ਹੁਣ ਤੁਸੀਂ ਮੈਥੋਂ ਡਰ ਦੀ ਗੱਲ ਪੁੱਛੀ ਸੀ, ਬੱਚਿਆਂ ਨੂੰ ਇਹੀ ਨਹੀਂ ਪਤਾ ਕਿ ਇਸ ਲੜਾਈ ਦੇ ਵਿੱਚ ਸਾਡੇ ਨਾਲ ਕੌਣ ਹੈ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੈਨੂੰ ਥੋੜ੍ਹੇ ਦਿਨ ਪਹਿਲਾਂ ਇੱਕ ਬੱਚੇ ਦਾ ਯੂਪੀ ਤੋਂ ਫੋਨ ਆਇਆ, ਕਹਿੰਦਾ ਜੀ ਮੈਨੂੰ ਤੇ ਮੇਰੀ ਫਰੈਂਡ ਨੂੰ ਇਹਨਾਂ ਨੇ 6 ਇੰਟਰਵਿਊਜ਼ ਦੇ ਵਿੱਚੋਂ ਫੇਲ ਕੀਤਾ ਹੈ, ਔਰ ਕਹਿੰਦਾ ਮੈਂ ਯੂਪੀ ਦੇ ਸੀਐਮ ਯੋਗੀ ਜੀ ਨੂੰ ਮੈਂ 10 ਵਾਰ ਚਿੱਠੀ ਲਿਖ ਚੁੱਕਿਆ ਬਟ ਕੋਈ ਐਕਸ਼ਨ ਨਹੀਂ ਹੋ ਰਿਹਾ। ਤਾਂ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ, ਸ਼ਾਇਦ ਯੋਗੀ ਜੀ ਕੋਲੇ ਤੇਰੀ ਚਿੱਠੀ ਪਹੁੰਚੀ ਨਹੀਂ ਹੋਣੀ, ਤੂੰ ਚਿੱਠੀ ਮੈਨੂੰ ਦੇ ਦੀ, ਉਹਨਾਂ ਦੇ OSDs ਵਗੈਰਾ ਮੈਨੂੰ ਜਾਣਦੇ ਨੇ, ਮੈਂ ਤੁਹਾਡੀ ਚਿੱਠੀ ਫਾਰਵਰਡ ਕਰ ਦੂੰਗਾ। ਤਾਂ ਉਹਨੇ ਜੀ ਫੋਨ ਕੱਟਤਾ। ਮੈਂ ਦੁਬਾਰਾ ਜਦੋਂ ਉਹਨੂੰ ਮੈਂ ਕਾਲ ਲਗਾਈ ਤਾਂ ਉਹ ਰੋਣ ਲੱਗ ਗਿਆ ਬੱਚਾ। ਮੈਂ ਕਿਹਾ ਵੀ ਕੀ ਗੱਲ ਹੋ ਗਈ? ਤਾਂ ਉਹ ਕਹਿੰਦਾ ਜੀ ਯੋਗੀ ਜੀ ਸਾਡੇ ਘਰ ਤੇ ਬਲਡੋਜ਼ਰ ਚਲਵਾ ਦੇਣਗੇ। ਮਤਲਬ ਬੱਚਿਆਂ ਨੂੰ ਤਾਂ ਇਹੀ ਨਹੀਂ ਪਤਾ ਵੀ ਇਹ ਰਿਕਰੂਟਮੈਂਟ ਕੌਣ ਕਰ ਰਿਹਾ। ਬੱਚਿਆਂ ਨੂੰ ਲੱਗਦਾ ਕਿ ਸਟੇਟ ਗਵਰਨਮੈਂਟਸ ਰਿਕਰੂਟਮੈਂਟ ਕਰ ਰਹੀਆਂ, ਜਦਕਿ ਜੋ ਉਸ ਦਿਨ ਟਾਂਡਾ ਸਾਹਿਬ ਵੀ ਦੱਸ ਕੇ ਗਏ ਨੇ 2 ਦਿਨ ਪਹਿਲਾਂ ਆਏ ਸੀ ਕਿ ਸਟੇਟ ਗਵਰਨਮੈਂਟਸ ਕੋਲੋਂ, ਪਬਲਿਕ ਸਰਵਿਸ ਕਮਿਸ਼ਨਸ ਕੋਲੋਂ ਇਹਨਾਂ ਨੇ 2011 ਦੇ ਵਿੱਚ ਜਦੋਂ ਰਵੀ ਸਿੱਧੂ ਕਾਂਡ ਹੋਇਆ ਉਦੋਂ ਇਹਨਾਂ ਨੇ ਰਿਕਰੂਟਮੈਂਟਸ ਹਾਈ ਕੋਰਟ ਨੇ ਜਾਂ ਕਹਿ ਲਓ ਸੁਪਰੀਮ ਕੋਰਟਸ ਨੇ ਇਹਨਾਂ ਨੇ ਆਪਣੇ ਕੋਲ ਲੈ ਲਈਆਂ ਸੀ। ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਕਿ ਕੁਝ ਬੱਚੇ ਜਿਹੜੇ ਪੇਪਰ ਦੇ ਰਹੇ ਜੁਡੀਸ਼ਰੀ ਦਾ ਉਹਨਾਂ ਨੂੰ ਆਪ ਨਹੀਂ ਪਤਾ ਕਿ ਰਾਈਟ ਕੀ ਹੈ ਜਾਂ ਕਿਹੜੀ ਜਗ੍ਹਾ ਤੇ ਕਿਹਦੇ? ਨਹੀਂ, ਬਿਲਕੁਲ। ਮੈਂ ਜਿਸ ਤਰ੍ਹਾਂ ਹੁਣ ਸਾਡੇ ਗਰੁੱਪਸ ਬਣੇ ਹੋਏ ਨੇ WhatsApp ਤੇ Telegram ਤੇ, ਉੱਥੇ ਡੇਲੀ ਇਹੀ ਬਹਿਸ ਚੱਲਦੀ ਹੈ ਬੱਚਿਆਂ ਦੀ। ਕੋਈ ਕਹਿੰਦਾ ਜੀ ਰਿਕਰੂਟਮੈਂਟ ਹਾਈ ਕੋਰਟ ਕਰਦੀ ਹੈ, ਕੋਈ ਕਹਿੰਦਾ ਮੋਦੀ ਕਰਦਾ ਹੈ, ਕੋਈ ਕਹਿੰਦਾ ਸਟੇਟ ਗਵਰਨਮੈਂਟ ਕਰਦੀ ਹੈ, ਕੋਈ ਕਹਿੰਦਾ ਯੋਗੀ ਕਰਦਾ ਹੈ। ਮਤਲਬ ਬੱਚਿਆਂ ਨੂੰ ਇਹੀ ਨਹੀਂ ਪਤਾ ਵੀ ਇਸ ਲੜਾਈ ਦੇ ਵਿੱਚ ਕੌਣ ਸਾਡੇ ਨਾਲ ਹੈ, ਕੌਣ ਸਾਡੇ ਖਿਲਾਫ ਹੈ। ਤੁਹਾਡੀ ਇਸੇ ਚ ਲਾਅ ਮਿਨਿਸਟਰ ਨਾਲ ਤੁਸੀਂ ਕਿਹਾ ਸੀ ਗੱਲਬਾਤ ਹੋਈ ਹੈ, ਸ਼ਾਇਦ ਉਹਨਾਂ ਦਾ ਕੀ ਕਹਿਣਾ ਹੈ? ਦੇਖੋ ਲਾਅ ਮਿਨਿਸਟਰ ਬਿਲਕੁਲ ਸਾਡਾ ਸਾਥ ਦੇ ਰਹੇ ਨੇ। ਤੁਸੀਂ ਦੇਖਿਆ ਹੋਵੇਗਾ, ਨਿਊਜ਼ ਦੇ ਵਿੱਚ ਵੀ ਦੇਖਿਆ ਹੋਵੇਗਾ, ਟਵਿੱਟਰ ਤੇ ਵੀ ਦੇਖਿਆ ਹੋਵੇਗਾ। ਲਾਅ ਮਿਨਿਸਟਰ ਵੀ ਹੁਣ ਦਿੱਲੀ ਦੇ ਵਿੱਚ ਜੁਡੀਸ਼ਰੀ ਦੇ ਅਗੇਂਸਟ ਬੋਲ ਰਹੇ ਨੇ ਔਰ ਕੋਲੀਜੀਅਮ ਦੇ ਅਗੇਂਸਟ ਵੀ ਬੋਲ ਰਹੇ ਨੇ ਉਹ, ਕਿਉਂਕਿ ਪ੍ਰੋਬਲਮ ਹੀ ਸਾਰੀ ਕੋਲੀਜੀਅਮ ਦੇ ਵਿੱਚ ਹੈ ਇਹਨਾਂ ਦੀ। ਹੁਣ ਅਗਰ ਮੈਂ ਤੁਹਾਨੂੰ ਕੋਲੀਜੀਅਮ ਦਾ ਦੱਸਾਂ, ਕੋਲੀਜੀਅਮ ਸਿਸਟਮ ਕੀ ਹੈ ਕਿ ਜਦੋਂ ਤੁਹਾਡੀ 10 ਸਾਲ ਦੀ ਪ੍ਰੈਕਟਿਸ ਹੋ ਜਾਂਦੀ ਹੈ, 40 ਇਅਰਸ ਤੁਹਾਡੀ ਏਜ ਹੋ ਜਾਂਦੀ ਹੈ, ਤਾਂ ਅਗਰ ਤੁਹਾਡੇ ਕੋਈ 5-4 ਜੱਜਿਸ ਨਾਲ ਰਿਲੇਸ਼ਨ ਨੇ, 2 ਤੁਹਾਡੇ ਪੋਲੀਟੀਸ਼ੀਅਨਸ ਨਾਲ ਰਿਲੇਸ਼ਨ ਨੇ, ਤਾਂ ਤੁਹਾਨੂੰ ਡਾਇਰੈਕਟਲੀ ਹਾਈ ਕੋਰਟ ਦਾ ਜੱਜ ਅਪਾਇੰਟ ਕਰ ਦਿੱਤਾ ਜਾਂਦਾ ਹੈ। ਔਰ ਉਹਦੇ ਕੰਪੈਰੀਟਿਵ ਤੁਸੀਂ ਦੇਖੋ, ਹੁਣ ਜਿਵੇਂ ਅਗਰ ਤੁਸੀਂ ਮੇਰੀ ਐਗਜ਼ਾਮਪਲ ਲਾਓ ਤਾਂ ਮੈਂ ਪਿਛਲੇ 6 ਸਾਲ ਤੋਂ ਤਿਆਰੀ ਕਰ ਰਿਹਾ, ਬਟ ਮੇਰੀ ਹਲੇ ਤੱਕ ਲੋਅਰ ਜੁਡੀਸ਼ਰੀ ਦੇ ਵਿੱਚ ਐਂਟਰੀ ਨਹੀਂ ਹੋ ਸਕੀ। ਔਰ ਕੋਈ ਐਗਜ਼ਾਮ, ਕੋਈ ਨੌਲੇਜ ਆਫ ਲਾਅ ਕੁਝ ਵੀ ਨਹੀਂ ਹੈ ਜੀ। ਇਨਫੈਕਟ ਮੈਂ ਤਾਂ ਦੇਖੋ
ਇੱਥੋਂ ਤੱਕ ਚੈਲੰਜ ਕਰਨ ਲਈ ਤਿਆਰ ਹਾਂ ਕਿ ਇਹਨਾਂ ਨੇ ਹਰਿਆਣਾ ਦੇ ਵਿੱਚ 118 ਬੱਚੇ ਰੱਖੇ ਨੇ, ਠੀਕ ਹੈ ਜੀ। ਅਸੀਂ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ ਇੱਕ ਓਪਨ ਡਿਬੇਟ ਰੱਖ ਲੈਂਦੇ ਹਾਂ। ਜੋ ਬੱਚੇ ਇਹਨਾਂ ਨੇ 118 ਰੱਖੇ ਨੇ ਉਹ ਆਪਣੇ ਬੇਅਰ ਐਕਟਸ ਲੈ ਕੇ ਆਉਣ, ਮੈਂ ਆਪਣੇ ਬੱਚਿਆਂ ਨੂੰ ਬੇਅਰ ਹੈਂਡਡ ਲੈ ਕੇ ਆਉਣ ਲਈ ਤਿਆਰ ਹਾਂ। ਅਸੀਂ ਉੱਥੇ ਡਿਬੇਟ ਰਖਾ ਲੈਂਦੇ ਹਾਂ। ਮੈਂ ਕਿਹਾ ਤੁਸੀਂ ਇਹਨਾਂ ਦੇ ਬੱਚੇ ਛੱਡੋ, ਇਹਨਾਂ ਦੇ ਜੱਜਿਸ ਆ ਜਾਣ ਆਪਣੇ ਬੇਅਰ ਐਕਟ ਲੈ ਕੇ, ਮੈਂ ਆਪਣੇ ਬੱਚਿਆਂ ਨੂੰ ਬੇਅਰ ਹੈਂਡਡ ਲੈ ਕੇ ਆਉਂਗਾ। ਇਹਨਾਂ ਦੇ ਜੱਜਿਸ ਨਾਲ ਗੂਗਲ ਲੈ ਆਉਣ, ਕਮੈਂਟਰੀਜ਼ ਲੈ ਆਉਣ, ਮੇਰੇ ਬੱਚਿਆਂ ਨਾਲ ਬਹਿਸ ਕਰਕੇ ਦੇਖ ਲੈਣ, ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਤੁਸੀਂ ਹੁਣ ਕਿਹਾ ਕਿ ਬੱਚੇ ਉੱਥੇ ਦਿੱਲੀ ਜਾਣ 'ਚ ਤਿਆਰ ਹੈ, ਬੱਚੇ ਇੱਥੇ ਕਿਉਂ ਨਹੀਂ ਸਾਹਮਣੇ ਆ ਰਹੇ, ਸਾਹਮਣੇ ਆ ਕੇ ਕਿਉਂ ਨਹੀਂ ਗੱਲਬਾਤ ਆਪਣਾ ਰੱਖਦੇ ਹੈਗੇ? ਮੈਂ ਦੇਖੋ ਤੁਹਾਨੂੰ ਹੁਣੀ ਦੱਸ ਕੇ ਹਟਿਆ, ਕਿਉਂਕਿ ਬੱਚੇ ਥੋੜਾ ਤਾਂ ਕੁਝ ਤਾਂ ਆਪਣੇ ਕੈਰੀਅਰ ਨੂੰ ਲੈ ਕੇ ਡਰਦੇ ਨੇ। ਸੈਕੰਡਲੀ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਸਾਡੇ ਨਾਲ ਕੌਣ ਹੈ, ਸਾਡੇ ਖਿਲਾਫ ਕੌਣ ਹੈ। ਔਰ ਇੱਕ ਜੋ ਮੇਨ ਪ੍ਰੋਬਲਮ ਆ ਰਹੀ ਹੈ ਨਾ ਬੱਚਿਆਂ 'ਚ, ਜਾਂ ਕਹਿ ਲਓ ਆਪਣੇ ਇੰਡੀਆ ਦੇ ਲੋਕਾਂ ਦੇ ਵਿੱਚ, ਇੱਕ ਗੱਲ ਜੋ ਬੈਠੀ ਹੋਈ ਹੈ, ਉਹ ਇਹ ਗੱਲ ਉਹਨਾਂ ਦੇ ਬੜੇ ਮਤਲਬ ਦਿਲਾਂ ਦੇ ਵਿੱਚ ਬੈਠੀ ਹੈ ਕਿ ਜੀ ਅੱਜ ਤੱਕ ਤਾਂ ਇਹੋ ਜਿਹਾ ਕੁਝ ਹੋਇਆ ਨਹੀਂ। ਹੁਣ ਅਗਰ ਅੱਜ ਤੱਕ ਦੀ ਗੱਲ ਕਰੀਏ ਤਾਂ ਅੱਜ ਤੱਕ ਤਾਂ ਇਦਾਂ ਕਦੇ ਆਜ਼ਾਦੀ ਵੀ ਨਹੀਂ ਮਿਲੀ ਸੀ। ਆਵਾਜ਼ ਤਾਂ ਦੇਖੋ ਚੱਕਣੀ ਹੀ ਪੈਂਦੀ ਹੈ ਇੱਕ ਵਾਰੀ। ਤਾਂ ਹੁਣ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਲਾਅ ਮਿਨਿਸਟਰ ਬੋਲ ਰਹੇ ਨੇ, ਜਾਂ ਕੁਝ ਰਿਟਾਇਰਡ ਜਸਟਿਸਿਸ ਜੁਡੀਸ਼ਰੀ ਦੇ ਅਗੇਂਸਟ ਬੋਲ ਰਹੇ ਨੇ, ਕੁਝ ਥੋੜੀ ਹੋਪ ਬੱਚਿਆਂ ਦੇ ਵਿੱਚ ਜਾਗੀ ਹੈ। ਔਰ ਮੈਂ ਕੋਸ਼ਿਸ਼ ਕਰਦਾ ਰਹਿਣਾ ਬੱਚਿਆਂ ਨੂੰ ਮੋਟੀਵੇਟ ਕਰਕੇ ਰੱਖਣ ਦੀ। ਤਾਂ ਨੈਕਸਟ ਵੀਕ ਹੁਣ ਮੈਂ ਜਿੱਦਾਂ ਤੁਹਾਨੂੰ ਦੱਸਿਆ ਹੀ ਹੈ ਕਿ ਅਸੀਂ ਦਿੱਲੀ ਜਾ ਕੇ ਧਰਨਾ ਵੀ ਦੇਵਾਂਗੇ, ਮਿਲਣ ਦੀ ਵੀ ਕੋਸ਼ਿਸ਼ ਕਰਾਂਗੇ, ਘਿਰਾਓ ਵੀ ਕਰਾਂਗੇ। ਤੁਸੀਂ ਜਦ ਐਗਜ਼ਾਮ ਦਿੱਤਾ ਉਸ ਤੋਂ ਬਾਅਦ ਇਹ ਆਵਾਜ਼ ਚੱਕੀ ਜਾਂ ਪਹਿਲੇ ਵੀ ਕੁਝ ਇਦਾਂ ਦਾ ਤੁਹਾਨੂੰ ਪਤਾ ਸੀ ਜਾਂ ਕੁਝ? ਨਹੀਂ ਦੇਖੋ, ਮੈਨੂੰ ਪਤਾ ਤਾਂ ਮੈਂ ਪਿਛਲੇ 5 ਸਾਲ ਤੋਂ ਦੇਖ ਰਿਹਾ ਕਿ ਕੀ ਚੱਲ ਰਿਹਾ ਹੈਗਾ। ਮੈਂ ਤੁਹਾਨੂੰ ਜਿਵੇਂ ਮੈਂ ਦੱਸ ਕੇ ਹਟਿਆ ਕਿ 2.5 ਸਾਲ ਪਹਿਲਾਂ ਮੈਂ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹ ਮੈਂ ਕੋਸ਼ਿਸ਼ ਕੀਤੀ ਸੀ ਇਦਾਂ ਦੀ, ਬਟ ਉਦੋਂ ਮੇਰਾ ਆਪਣਾ ਕਾਜ਼ ਆਫ ਐਕਸ਼ਨ ਨਹੀਂ ਸੀ ਬਣਿਆ, ਮੇਰੀ ਸਿਸਟਰ ਦਾ ਕਾਜ਼ ਆਫ ਐਕਸ਼ਨ ਸੀ, ਕੁਝ ਮੇਰੇ ਫਰੈਂਡਸ ਦਾ ਕਾਜ਼ ਆਫ ਐਕਸ਼ਨ ਸੀ। ਬਟ ਜਿੱਦਾਂ ਹੀ ਅਸੀਂ ਆਪਣੇ ਗ੍ਰੀਵੈਂਸਿਸ ਲੈ ਕੇ ਸੁਪਰੀਮ ਕੋਰਟ ਪਹੁੰਚੇ ਜਾਂ ਅਸੀਂ ਮੀਡੀਆ ਦੇ ਵਿੱਚ ਉਤਰਨ ਲੱਗੇ, ਇਹਨਾਂ ਨੇ ਨੈਕਸਟ ਜੋ ਹੈ ਨੋਟੀਫਿਕੇਸ਼ਨ ਰਿਲੀਜ਼ ਕਰਤੀ। ਔਰ ਇਹ ਜੋ ਮੈਂ ਤੁਹਾਨੂੰ ਦਿੱਲੀ ਦੀਆਂ ਕੁਝ ਅਕੈਡਮੀਜ਼ ਦੱਸ ਕੇ ਚੁੱਕਿਆ, ਮੈਂ ਇਹਨਾਂ ਦੇ ਨਾਮ ਆਲਰੇਡੀ PM ਕੋਲੇ ਭੇਜ ਚੁੱਕਿਆ। ਮੈਂ ਇੱਥੇ ਚਲੋ ਮੈਂ ਨਾਮ ਨਹੀਂ ਲਊਂਗਾ ਕਿਸੇ ਦਾ। ਇਹ ਪੇਪਰ ਲੀਕ ਦੇ ਵਿੱਚ ਵੀ ਇਨਵੋਲਵਡ ਨੇ। ਔਰ ਜਿੰਨਾ ਕੁ ਮੈਨੂੰ ਪਤਾ ਹੈ, ਜੋ ਸਾਨੂੰ ਬੱਚੇ ਦੱਸਦੇ ਨੇ, ਇਹ ਬੱਚਿਆਂ ਨੂੰ ਇਸ ਤਰ੍ਹਾਂ ਟ੍ਰੇਨ ਕਰਕੇ ਰੱਖਦੇ ਨੇ ਕਿ ਜੀ ਜੱਜਿਸ ਅੱਗੇ ਆਪਾਂ ਆਵਾਜ਼ ਨਹੀਂ ਚੱਕਣੀ, ਮਤਲਬ ਸੌਰਟ ਆਫ ਇਹ ਬੱਚਿਆਂ ਨੂੰ ਡਰਪੋਕ ਬਣਾਉਂਦੇ ਨੇ। ਸਰ ਜੋ ਮੁੱਦੇ ਦਾ ਆਪਾਂ ਗੱਲ ਕੀਤੀ ਹੈ, ਤੁਸੀਂ ਕੀ ਜਾਣਦੇ ਹੋ ਇਹਦਾ ਹੱਲ ਕੀ ਹੋ ਸਕਦਾ ਹੈ? ਇਸ ਤਰੀਕੇ ਦਾ ਦੇਖੋ ਨਤੀਜਾ ਕੀ ਕੱਢ ਇਹਦਾ ਨਤੀਜਾ ਇਹ ਹੋ ਸਕਦਾ ਹੈ ਜੀ, ਅਗਰ ਆਪਾਂ ਜੁਡੀਸ਼ਰੀ ਦੀ ਗੱਲ ਕਰੀਏ ਤਾਂ ਪੂਰੀ ਜੁਡੀਸ਼ਰੀ ਦੇ ਵਿੱਚ ਸਾਡਾ ਸਾਰੀ ਜੁਡੀਸ਼ਰੀ ਤੋਂ ਭਰੋਸਾ ਉੱਠ ਚੁੱਕਿਆ ਹੈ। ਸਿਰਫ ਇੱਕ ਬੰਦੇ ਤੇ ਸਾਨੂੰ ਭਰੋਸਾ ਹੈ, ਉਹ ਸਾਡੇ ਚੀਫ ਜਸਟਿਸ ਨੇ ਚੰਦਰਚੂੜ ਜੀ। ਬੱਚੇ ਵੀ, ਮੈਂ ਵੀ, ਅਸੀਂ ਪਿਛਲੇ 5 ਸਾਲ ਤੋਂ ਉਹਨਾਂ ਦੀ ਵੇਟ ਕਰ ਰਹੇ ਹਾਂ ਕਿ ਕਦੋਂ ਉਹ ਚੀਫ ਜਸਟਿਸ ਬਣਨ ਔਰ ਸਾਡੇ ਗ੍ਰੀਵੈਂਸਿਸ ਸੁਣਨ। ਦੇਖੋ ਹੁਣ ਜਾਂ ਤਾਂ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹਾਂ ਕਿ ਜੀ ਤੁਸੀਂ ਆਪਣੀ ਕੋਈ ਕੋਰਟ ਬਿਠਾਓ, ਇਕੱਲੇ ਬੈਠੋ, ਤੁਸੀਂ ਕੋਈ ਆਪਣਾ ਕਨਸਟੀਟਿਊਸ਼ਨ ਬੈਂਚ ਬਿਠਾਓ, 5 ਜੱਜ ਬੈਠੋ, 13 ਬੈਂਚ ਬੈਠੋ, ਉਹਨਾਂ ਦੀ ਡਿਸਕ੍ਰਿਸ਼ਨ ਹੈ। ਉਹ ਬੱਚਿਆਂ ਨੂੰ ਬੁਲਾਉਣ ਆਪਣੇ ਕੋਲੇ, ਬੱਚਿਆਂ ਦੇ ਗ੍ਰੀਵੈਂਸਿਸ ਸੁਣਨ, ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ। ਜਾਂ ਫਿਰ ਅਸੀਂ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਹੁਣ ਲਾਅ ਮਿਨਿਸਟਰ ਸਾਡਾ ਸਾਥ ਦੇ ਰਹੇ ਨੇ, ਅਸੀਂ ਲਾਅ ਮਿਨਿਸਟਰ ਨੂੰ ਰਿਕੁਐਸਟ ਕਰ ਦਿੰਦੇ ਹਾਂ ਕਿ ਜੀ ਅਗਰ ਕੋਰਟਸ ਨਹੀਂ ਸੁਣਵਾਈ ਕਰ ਰਹੀਆਂ ਤਾਂ ਤੁਸੀਂ ਆਪਣੀ ਕੋਈ ਕੋਰਟ ਬਿਠਾ ਲਓ, ਤੁਸੀਂ ਸਾਡੀ ਸੁਣਵਾਈ ਕਰੋ। ਨਹੀਂ ਤਾਂ ਫਿਰ ਦੇਖੋ, ਸਭ ਤੋਂ ਮੇਨ ਰਿਕੁਐਸਟ ਮੈਂ ਪ੍ਰੈਜ਼ੀਡੈਂਟ ਨੂੰ ਕਰੂੰਗਾ ਕਿ ਉਹ ਦੇਸ਼ ਦੇ ਮਤਲਬ ਪਹਿਲੇ ਸਿਟੀਜ਼ਨ ਨੇ, ਉਹਨਾਂ ਕੋਲੇ ਪੂਰੀ ਅਥਾਰਟੀ ਹੈ, ਉਹ ਸੁਪਰੀਮ ਕੋਰਟ ਤੋਂ ਵੀ ਉੱਪਰ ਨੇ, ਉਹ ਸਰਕਾਰਾਂ ਤੋਂ ਵੀ ਉੱਪਰ ਨੇ। ਪੋਸੀਬਲ ਹੈਗਾ ਜੇ ਤੁਸੀਂ ਬੱਚੇ ਕਹਿ ਰਹੇ ਹੋ ਕਿ ਨੰਬਰ ਘੱਟ ਦਿੱਤੇ ਆ, ਨੰਬਰ ਕੱਟੇ ਹੋਏ ਆ, ਮੀਡੀਆ ਸਾਹਮਣੇ ਕਿਸੇ ਵੀ ਤਰੀਕੇ ਨਾਲ ਸਾਹਮਣੇ ਪੇਪਰ ਓਪਨ ਹੋ ਜਾਵੇ, ਤਿਆਰ ਹੈਗੇ ਸਰ? ਬਿਲਕੁਲ ਤਿਆਰ ਹੈ ਜੀ। ਮੈਂ ਉੱਥੇ ਹੀ ਪ੍ਰੋਪਰ ਚੈਕਿੰਗ ਹੋਊਗੀ। ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਇਹਨਾਂ ਦੇ ਰੱਖੇ ਹੋਏ ਬੱਚੇ ਛੱਡੋ, ਤੁਸੀਂ ਇਹਨਾਂ ਦੇ ਜੱਜਿਸ ਨੂੰ ਬੁਲਾ ਲਓ। ਅਸੀਂ ਓਪਨ ਡਿਬੇਟ ਲਈ ਤਿਆਰ ਹਾਂ ਔਰ ਅਸੀਂ ਬੇਅਰ ਹੈਂਡਡ ਆਉਣ ਲਈ ਤਿਆਰ ਹਾਂ। ਇਹਨਾਂ ਦੇ ਜੱਜਿਸ ਆਪਣੇ ਬੇਅਰ ਐਕਟ ਲੈ ਕੇ ਆ ਜਾਣ। ਸਰ ਤੁਸੀਂ ਇੱਕ ਉਹਨੇ ਗੱਲ ਕੀਤੀ ਵੀ ਲੁਧਿਆਣਾ ਤੋਂ ਰਈਸ ਆਂਡਾ ਜੀ ਐਡਵੋਕੇਟ ਤੁਹਾਡੇ ਨਾਲ ਜੁੜੇ, ਕਿ ਕੋਸ਼ਿਸ਼ ਕਰੋਗੇ ਵੀ ਹੋਰ ਇੱਦਾਂ ਦੇ ਐਡਵੋਕੇਟ ਤੁਹਾਡੇ ਨਾਲ ਜੁੜਨ ਤਾਂ ਕਿ ਤੁਹਾਡੀ ਇਹ ਤਾਕਤ ਹੋਰ ਵਧੇ? ਦੇਖੋ ਕੋਸ਼ਿਸ਼ ਤਾਂ ਜੀ ਅਸੀਂ ਪਿਛਲੇ 4 ਮਹੀਨਿਆਂ ਤੋਂ ਕਰ ਰਹੇ ਹਾਂ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਬੱਚੇ ਪ੍ਰਸ਼ਾਂਤ ਭੂਸ਼ਣ ਜੀ ਕੋਲ ਗਏ ਸੀ, ਉਹਨਾਂ ਨੇ ਮਨਾ ਕਰਤਾ। ਪਟਵਾਲੀਆ ਜੀ ਨੂੰ ਅਸੀਂ ਹਾਇਰ ਕੀਤਾ ਸੀ, ਬਟ ਉਹਨਾਂ ਦੀ ਪਟੀਸ਼ਨ ਇਹਨਾਂ ਨੇ 5 ਸੈਕਿੰਡ ਦੇ ਵਿੱਚ ਡਿਸਮਿਸ ਕਰਤੀ। 3-4 ਹੋਰ ਐਡਵੋਕੇਟਸ ਵੀ ਕੋਲ ਵੀ ਅਸੀਂ ਗਏ ਸੀ, ਬਟ ਥਿੰਗ ਇਜ਼ ਕਿ ਨਾ ਕੋਈ ਵੀ ਐਡਵੋਕੇਟ ਜਲਦੀ ਮਤਲਬ ਇਹਨਾਂ ਦੇ ਅਗੇਂਸਟ ਆਵਾਜ਼ ਉਠਾਉਣ ਲਈ ਤਿਆਰ ਨਹੀਂ ਹੈ। ਰੀਜ਼ਨ ਕੀ ਹੈ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਸਾਰੇ ਲੋਕਾਂ ਨੇ ਆਪਣੇ ਫਾਇਦੇ ਲੈਣੇ ਨੇ, ਕਿਸੇ ਨੇ ਆਪਣੇ ਬੱਚੇ ਨੂੰ ਜੱਜ ਬਣਾਉਣਾ, ਕਿਸੇ ਨੇ ਕੋਲੀਜੀਅਮ ਦੇ ਵਿੱਚ ਜੱਜ ਬਣਨਾ ਹੈ। ਤਾਂ ਦਿੱਲੀ ਦੀ ਅਗਰ ਮੈਂ ਤੁਹਾਨੂੰ ਗੱਲ ਕਰਾਂ, ਦਿੱਲੀ ਤੋਂ ਸਾਡੇ ਨਾਲ ਡਾਕਟਰ EP ਸਿੰਘ ਜੀ ਜੁੜੇ ਨੇ ਔਰ ਲੁਧਿਆਣਾ ਤੋਂ ਸਾਡੇ ਨਾਲ ਟਾਂਡਾ ਜੀ ਜੁੜੇ ਨੇ। ਕੋਸ਼ਿਸ਼ ਦੇਖੋ ਸਾਡੀ ਚੱਲ ਰਹੀ ਹੈ ਕਿ ਮਤਲਬ ਅਸੀਂ ਹੋਰ ਐਡਵੋਕੇਟਸ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ।
ਪ੍ਰਾਈਮ ਏਸ਼ੀਆ ਤੋਂ ਅਸੀਂ ਜਤਿੰਦਰ ਪੰਨੂ ਜੀ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੋ, ਬਟ ਦੇਖੋ ਕਦੋਂ सक्सेसफुल ਹੁੰਦੀਆਂ ਨੇ ਕੋਸ਼ਿਸ਼ਾਂ। एक तो सिलेक्शन में सारे रूल आउट होते हैं, जो इनकी अपनी नोटिफिकेशन है उनके अगेंस्ट जाके कमेटी बनाई जाती है, 3 की जगह 6 जज होते हैं कमेटी में। उसके बाद रिजर्व कैटेगरी के और जनरल कैटेगरी के कैंडिडेट्स को अलग अलग करके इंटरव्यू किया जाता है, जो कि संविधान का उल्लंघन है सीधा सीधा, कि आप किसी को जाति के नाम पे अलग नहीं कर सकते हो, सेग्रीगेट नहीं कर सकते हो। और जो जिस बंदे के रिटर्न में 60% नंबर है, 59% नंबर है, उसको आपने इंटरव्यू में खाली 3% 4% नंबर दे दिए हैं, उसको कुछ तो लॉ का आता होगा ना, जो उसको इंटरव्यू में इतने कम नंबर दिए हैं। और इन सब शिकायतों को लेके जब बच्चे सुप्रीम कोर्ट जाते हैं तो सुप्रीम कोर्ट कहता है हम नहीं सुनेंगे, हाई कोर्ट जाओ। हाई कोर्ट जाते हैं, हाई कोर्ट 6 महीने की डेट लगाता है, कोई स्टे नहीं देता है। जो सिलेक्टेड कैंडिडेट्स हैं उनको ज्वाइन करवा लिया जाता है। उसके बाद हम एक पिटीशन फाइल करते हैं कि जी इसको जल्दी सुना जाए, वो डिसमिस हो जाती है हाई कोर्ट से। उसके अगेंस्ट हम सुप्रीम कोर्ट जाते हैं कि जी इसको जल्दी सुना जाए, क्योंकि सुप्रीम कोर्ट ने जब कहा था कि हाई कोर्ट जाए, एक डायरेक्शन दिया था कि इसको जल्दी सुना जाए। तो 6 महीने की जब डेट देगी हाई कोर्ट, तो जल्दी सुनना तो नहीं होता ना जी, तब तक तो सारा जो है हमारा मेहनत। और 2 साल बाद इसका रिजल्ट आया, तकरीबन 2 साल बाद, तो बच्चे 2-2 साल से लगे हुए हैं रिजल्ट की वेट में, और हाई कोर्ट सुप्रीम कोर्ट कोई सुनवाई नहीं करती है। जब एस्पायरिंग जूनियर जजेस का या सबऑर्डिनेट कोर्ट के जजेस का ये हाल है, उसको अपना जुडिशरी उन्हीं को नहीं सुन रही है, तो फिर आम आदमी का हम क्या उम्मीद करें कि कैसे उनको न्याय मिलेगा, कैसे कहाँ न्याय की गुहार लगाएं, समझ नहीं आता है। कोई सुनने में इंटरेस्टेड नहीं है। हम तो बिल्कुल हिम्मत हार गए हैं जुडिशरी से, मतलब अब तो ये रोना आता है कि हम जुडिशरी एस्पिरेंट क्यों बने हैं। अगर यही हाल जुडिशरी का है तो हम बन के भी क्या कर लेंगे, मतलब। ਸਰ ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਆਪਾਂ ਫੋਨ ਤੇ ਇਕੱਠੇ ਉਹਨਾਂ ਨੂੰ ਇਕੱਠੇ ਹੋ, ਜਿੱਦਾਂ ਸਰ ਆ ਰਹੇ ਨੇ ਤੁਹਾਡੇ, ਤੇ ਇੱਕ ਵਾਰ ਇਕੱਠੇ ਹੋ ਕੇ ਤੁਸੀਂ ਆਵਾਜ਼ ਚੱਕੋ। ਜੇ ਕਾਨਫਰੰਸ ਕਰਨੀ ਹੈ ਉਹਦਾ ਜ਼ਿਆਦਾ ਪ੍ਰਭਾਵ ਪਏਗਾ ਇਦਾਂ ਫੋਨ ਤੇ। ਡਰ ਕਿਸ ਚੀਜ਼ ਦਾ ਤੁਹਾਨੂੰ? नहीं, कोई डर नहीं है सानू। ਨਹੀਂ, ਹੋਰ ਵੀ ਕਈ ਲੋਕ ਅੱਗੇ ਤੇ ਆ ਨਹੀਂ ਰਹੇ ਐ, ਸਿਰਫ ਕਹਿੰਦੇ ਫੋਨ ਤੇ ਗੱਲ ਕਰਾਂਗੇ, ਫੇਸ ਨਹੀਂ ਦਿਖਾਵਾਂਗੇ। ਸਰ ਓਪਨਲੀ ਆ ਰਹੇ ਨੇ, ਤੁਸੀਂ ਕਿਉਂ नहीं, ਡਰ ਰਹੇ ਅਸੀਂ ਹੋ? ਆ ਸਕਦੇ ਨੇ। ਸਰ ਪ੍ਰੋਬਲਮ ਇਹ ਹੈਗੀ ਹੈ ਕਿ ਅਸੀਂ ਡਿਫਰੈਂਟ ਸਿਟੀਜ਼ में रहते ਨੇ, तो ਸਰ कहाँ ਜੇ जाइए ਆਪਾਂ conference ਪ੍ਰੋਟੈਸਟ करना? ਕਰਾਂਗੇ, ਕੱਲ ਨੂੰ ਤੁਸੀਂ ਦਿੱਲੀ ਜਾਣ ਨੂੰ ਵੀ ਤਿਆਰ ਹੋ ਪ੍ਰੋਟੈਸਟ ਲਈ, ਤੇ ਇੱਕ ਹੀ ਜਗ੍ਹਾ ਤੇ ਇਕੱਠੇ ਹੋ ਕੇ ਆਪਾਂ ਕਾਨਫਰੰਸ ਕਿਉਂ ਨਹੀਂ ਕਰਦੇ? या तो दिल्ली कर लो, मैं बॉम्बे था, मैं बॉम्बे से दिल्ली आई कैन कम टू दिल्ली। अच्छा, तो आप दिल्ली में कर लीजिए। आप बॉम्बे से हो इस वक्त? बॉम्बे में हो इस वक्त? हाँ जी, ओके ओके ओके। बच्चों तो को भी पूछ लीजिए, बच्चों का है। तो मैं आ सकता हूँ दिल्ली, अगर किसी से मिलना है, कॉन्फ्रेंस करनी है, मेरे को कोई दिक्कत नहीं है। मैं तो ये लड़ाई लड़ रहा हूँ सुप्रीम कोर्ट, हाई कोर्ट। पिछले जनवरी से हमारी ये लड़ाई चल रही है, मतलब अक्टूबर नवंबर से हमारी ये लड़ाई चल रही है। अभी मई आ गया है, अभी जुलाई की डेट लगी हुई है, उसमें भी अभी रिस्पोंडेंट्स ने कोई जवाब फाइल नहीं किया है। वो फिर कहेंगे जी हमारे को, जबकि हाई कोर्ट ने 6 हफ्ते का टाइम दिया था जवाब फाइल करने का। 2 बार हाई कोर्ट ने बोला है कि जवाब टाइम पे फाइल कर देना, अभी जवाब नहीं फाइल किया। जुलाई में फिर वो कहेंगे जी हमारे को 3 महीने और चाहिए, तो हमारा तो फिर कोई फायदा नहीं हुआ ना। तो सर हाई कोर्ट रास्ता सुप्रीम क्या कोर्ट है? जाती- सबसे ऊपर जुडिशरी, अगर जुडिशरी ने आपकी बात मान रही है, आप उसी फील्ड के हो, तो फिर और रास्ता क्या है इसके बाद? तो क्या आप नहीं, फिर इसीलिए लोगों तो को कह रहे हैं कि हम कहाँ जुडिक्शन करनी हम पड़ेगी? कहाँ जाए, मतलब न्याय की गुहार करने कहाँ जाए? सर हमने वही कह रहा हूँ, रिप्रेजेंटेशन फिर करनी तो है आगे से प्रेसिडेंट को, फिर तो आगे से जो एडवोकेट या किसी चीज की पढ़ाई करनी बंद कर दे बच्चे फिर। वही लगता है कि अब मतलब अगर कहीं पे कोई सुनवाई नहीं हो रही और सबको दिख रहा है कि ये गलत है। जज साहब ने बोला भी था कि हाँ ठीक है, हम दूसरी पार्टी को सुनेंगे। हमने जब स्टे के लिए गुहार लगाई कि ये इसको स्टे कर दो, उनको कैंडिडेट्स को ज्वाइन नहीं कराओ, कहते हैं नहीं, अगर आपकी बात सही पाई गई तो मैं प्रोसीडिंग्स पूरी मतलब इंटरव्यू क्रैश कर दूंगा, लेकिन मैं स्टे नहीं दूंगा। सर इसमें जो बच्चे एग्जाम दे रहे हैं, जो जुडिशल का जो एग्जाम दे रहे हैं, वो बच्चे भी नहीं आगे आ रहे, इसका रीजन क्या है? ऐसा है कि उनको इंटरव्यू में पूछा जाता है कि आपने पिटीशन फाइल की थी, क्यों फाइल की थी? तो कौन अपने कैरियर के ऊपर वो करेगा कि जब मैंने पिटीशन फाइल की है, मैं आगे बात कर रहा हूँ, तो मेरे से इंटरव्यू में पूछा जाएगा कि आपने पिटीशन फाइल की थी, अच्छा आप देखते हैं, आप आए हो ना हमारे पास ही। बल्कि धमकाया जाता है सीधे तौर पे। तो फिर क्या करेंगी मैडम? आप जो कह रहे हो बिल्कुल सही है, लेकिन कोई तो सोल्यूशन हो ना। देखो जी, अगर बच्चों के आप हक के लिए खड़े हैं
तो बच्चों का चाहिए कि बच्चे आगे आके फेस करें, सामने आए और बोलें, अपनी आवाज रखें आगे। ये तो बच्चों को आना पड़ेगा, तभी बात बनेगी ना। मैडम करने के लिए तैयार है, हाई कोर्ट भी गए हैं, सब जगह जाते हैं, सब पिटीशन फाइल की है, सब रिप्रेजेंटेशन फाइल की है, सब किया है। ऐसा नहीं है, बच्चों के नाम है पिटीशन में सबके। सर पिटीशन का तो हो गया, जैसे आप मीडिया में आप लोग कर रहे हैं, कॉन्फ्रेंसेस हो रही हैं, उसमें भी चाहिए कि बच्चे आके आगे अपनी बात रखें, तभी तो सब तक पहुंचेगी बात। हायर अथॉरिटी तक बात कैसे पहुंचाओगे आप? मैडम बच्चे हैं इसमें, और भी बच्चे हैं, लेकिन यही सबको यही डर है कि भाई आपने, जब ये पूछा जाता है इंटरव्यू में कि आपने ऐसा पिटीशन फाइल की थी, देखते हैं सर अगर हाई कोर्ट या कोई कोर्ट आपने नहीं सुन रही तो क्या आप लोग कोई धरने पे बैठेंगे? बिल्कुल बैठ सकते हैं जी, हम तैयार हैं। कब तक ये हम उम्मीद रख सकते हैं कि आप लोग जंतर मंतर पे जाकर के आप लोग भी धरना देंगे? बिल्कुल कर सकते हैं जी, अगले हफ्ते 10 दिन में कर सकते हैं।